ਸਤਿ ਸ਼੍ਰੀ ਅਕਾਲ ਜੀ। ਤੁਸੀਂ ਵੇਖ ਰਹੇ ਹੋ ਪੰਜਾਬ ਮਿਲ USA TV। ਮੈਂ ਹਾਂ ਸੰਜੀਵ ਯਸ਼ ਖੰਨਾ। ਤੁਹਾਡਾ ਸਾਰਿਆਂ ਦਾ ਸਵਾਗਤ ਪੰਜਾਬ ਫੋਕਸ ਦੇ ਵਿੱਚ। ਮੇਰੇ ਨਾਲ ਸਟੂਡੀਓਜ਼ ਦੇ ਵਿੱਚ ਮੌਜੂਦ ਨੇ ਬਲਕਾਰ ਸਿੰਘ। ਹਾਂਜੀ, ਪੰਜਾਬ ਮੇਲ USA TV ਚੈਨਲ ਦੇ ਪਿਆਰੇ ਦਰਸ਼ਕੋ, ਨਿੱਘੀ ਜੀਆਂ ਨੂੰ ਤੇ ਸਤਿ ਸ੍ਰੀ ਅਕਾਲ। ਮੈਂ ਹਾਂ ਬਲਕਾਰ ਸਿੰਘ ਤੇ ਮੇਰੇ ਨਾਲ ਬੈਠੇ ਨੇ ਸੰਜੀਵ ਯਸ਼ ਖੰਨਾ ਜੀ। ਖਾਸ ਤੌਰ ਤੇ ਅਸੀਂ ਉਹਨਾਂ ਮੁੱਦਿਆਂ ਨੂੰ ਤੁਹਾਡੀ ਨਜ਼ਰ ਕਰਦੇ ਹਾਂ ਜਿਹੜੇ ਪੰਜਾਬ ਵਿੱਚ ਨਹੀਂ ਸਗੋਂ ਪੂਰੇ ਬਾਹਰਲੇ ਦੇਸ਼ਾਂ ਵਿੱਚ ਵੀ ਵਾਪਰਦੇ ਆ, ਔਰ ਅਸੀਂ ਚਾਹੁੰਦੇ ਹਾਂ ਕਿ ਉਹਨਾਂ ਮੁੱਦਿਆਂ ਨਾਲ ਤੁਹਾਡੀ ਸਾਂਝ ਪਾਈਏ ਤਾਂ ਕਿ ਸਾਡੀ ਆਉਣ ਵਾਲੀ ਪੀੜ੍ਹੀ ਔਰ ਤੁਸੀਂ ਜਿੰਨੇ ਵੀ ਪ੍ਰਵਾਸੀ ਭਾਰਤੀ ਜੇ ਇਹਨਾਂ ਮੁੱਦਿਆਂ ਤੋਂ ਜਾਣੂ ਹੋ ਕੇ ਜਾਣਕਾਰੀ ਲੈ ਕੇ ਔਰ ਪੰਜਾਬ ਦੇ ਲਈ ਨਹੀਂ ਪੂਰੇ ਵਿਸ਼ਵ ਲਈ ਇਹ ਇੱਕ ਪ੍ਰੋਗਰਾਮ ਜਿਹੜਾ ਅਸੀਂ ਸ਼ੁਰੂ ਕੀਤਾ ਹੈ, ਉਹਦੇ 'ਚ ਮੈਂ ਹੁਣ ਗੁਜ਼ਾਰਿਸ਼ ਕਰਾਂਗਾ ਇਹਨਾਂ ਨੂੰ ਕਿ ਉਹ ਮੁੱਦਾ ਕਿਹੜਾ ਜਿਹੜਾ ਅਸੀਂ ਉਹਨਾਂ ਦੀ ਨਜ਼ਰ ਕਰਨਾ ਚਾਹ ਰਹੇ ਹਾਂ ਜੀ। ਕਿਉਂਕਿ ਅਕਤੂਬਰ ਦਾ ਮਹੀਨਾ ਹੈ, ਦੀਵਾਲੀ ਆ ਗਈ, ਸੀਜ਼ਨ ਹੋ ਗਿਆ ਸ਼ੁਰੂ, ਤਿਉਹਾਰਾਂ ਦਾ ਸੇਲ ਲੱਗੀ ਹੋਈ ਹੈ ਥਾਂ ਥਾਂ ਦੇ ਉੱਤੇ, ਸਸਤੀਆਂ ਚੀਜ਼ਾਂ। ਔਰ ਕਈ ਵਾਰ ਸਸਤਾ ਲੈਣ ਦੇ ਚੱਕਰ ਦੇ ਵਿੱਚ ਅਸੀਂ ਚੀਜ਼ਾਂ ਵਾਧੂ ਖਰੀਦ ਲੈਂਦੇ ਹਾਂ, ਸਾਰਾ ਬਜਟ ਵਿਗਾੜ ਕੇ ਬਹਿ ਜਾਂਦੇ ਹਾਂ। ਇਸ ਕਰਕੇ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਸੇਲ ਲੱਗੀ ਹੈ ਤਾਂ ਆਪਣੇ ਬਜਟ ਨੂੰ ਧਿਆਨ 'ਚ ਰੱਖ ਕੇ ਅਸੀਂ ਚੀਜ਼ਾਂ ਖਰੀਦੀਏ। ਕਈ ਵਾਰ ਦੇਖੋ ਨਾ ਬਲਕਾਰ ਜੀ, ਸਾਲ ਚੀਜ਼ ਪਈ ਰਹਿੰਦੀ ਹੈ, ਧਿਆਨ ਹੀ ਨਹੀਂ ਜਾਂਦਾ। ਫਿਰ ਦੀਵਾਲੀ ਦੀ ਸਫਾਈ ਵੇਲੇ ਧਿਆਨ ਜਾਂਦਾ, ਆ ਵੀ ਖਰੀਦਿਆ ਸੀ, ਫਿਰ ਸਟੋਰ 'ਚ ਪਿਆ ਜੀ, ਵਰਤਿਆ ਹੀ ਨਹੀਂ ਕਦੀ। ਤਾਂ ਇਸ ਖਾਣ ਵਾਲੀਆਂ ਚੀਜ਼ਾਂ ਤਾਂ ਖਾ ਲਈਆਂ ਜਾਣ, ਜਿਹੜੀ ਬਾਕੀ ਚੀਜ਼ਾਂ ਨੇ ਉਹ ਰੱਖ ਲਈਆਂ ਜੀ। ਖਾਣ ਵਾਲੀਆਂ ਚੀਜ਼ਾਂ ਦੀ ਵੈਸੇ ਗੱਲ ਕਰੀਏ, ਹੁਣੇ ਆਫਲਾਈਨ ਗੱਲ ਹੋ ਰਹੀ ਸੀ ਕਿ ਬਲਕਾਰ ਜੀ ਤੁਸੀਂ ਸਾਨੂੰ ਦੀਵਾਲੀ ਤੇ ਕੀ ਖਵਾਓਗੇ। ਇਹ ਕਹਿੰਦੇ ਨੇ ਦੀਵਾਲੀ ਵਾਲੇ ਦਿਨ ਵਰਤ ਰੱਖੋ, ਬਹੁਤ ਵਧੀਆ ਗੱਲ ਹੁੰਦੀ ਹੈ। ਸੋ ਵਰਤ ਇਹਨਾਂ ਲਈ ਨਹੀਂ ਕਿਹਾ, ਸਾਰੇ ਦਰਸ਼ਕ ਜਾਣਦੇ ਆ ਕਿ ਉਹ ਦਿਨ ਮਠਿਆਈ ਖਾਧੀ ਜਾਂਦੀ ਹੈ, ਮਿੱਠਾ ਖਾਧਾ ਜਾਂਦਾ, ਫਲ ਫਰੂਟ ਖਾਧਾ ਜਾਂਦਾ ਔਰ ਚੰਗੀਆਂ ਚੋਖੀਆਂ ਚੀਜ਼ਾਂ ਖਾਧੀਆਂ ਜਾਂਦੀਆਂ। ਤਦੇ ਅਸੀਂ ਚਾਹੁੰਦੇ ਹਾਂ ਕਿ ਸਾਰੀਆਂ ਚੀਜ਼ਾਂ ਖਾ ਕੇ ਤੇ ਸਾਰਿਆਂ ਲਈ ਵਧਾਈ ਦਈਏ ਦੀਵਾਲੀ। ਤੇ ਸੁੱਕਾ ਮੇਵਾ ਵੀ ਖਾਧਾ ਜਾਂਦਾ, ਜਿਹਨੂੰ ਆਪਾਂ ਡਰਾਈ ਫਰੂਟ ਬੋਲਦੇ ਹਾਂ। ਅਫਗਾਨਿਸਤਾਨ 'ਚ ਖਾਂਦੇ ਆ, ਪੰਜਾਬ 'ਚ ਨਹੀਂ। ਚਲੋ ਪੰਜਾਬ 'ਚ ਅਸੀਂ ਅਫਗਾਨਿਸਤਾਨ ਤੋਂ ਮੰਗਵਾ ਕੇ ਖਾਵਾਂਗੇ ਜੀ। ਸੋ ਅਮਰੀਕਾ ਵਿੱਚ ਵੀ ਦੀਵਾਲੀ ਦੇ ਤਿਉਹਾਰ ਦੀ ਬੜੀ ਗਹਿਮਾ ਗਹਿਮੀ ਹੈ, ਲੋਕ ਤਿਆਰੀਆਂ ਕਰ ਰਹੇ ਨੇ ਤੇ ਦੁਕਾਨਾਂ ਸਜੀਆਂ ਹੋਈਆਂ, ਬਹੁਤ ਵੱਡੀਆਂ ਤਿਆਰੀਆਂ ਚੱਲਦੀਆਂ ਪਈਆਂ। ਕਿਤੇ ਤੁਸੀਂ ਪਲਾਨ ਤਾਂ ਨਹੀਂ ਕਰ ਰਹੇ ਅਮਰੀਕਾ ਜਾਣ ਦਾ? ਦੀਵਾਲੀ ਉੱਥੇ ਮਨਾ ਕੇ ਤਾਂ ਨਹੀਂ ਆਉਣੀ ਤੁਸੀਂ? ਦੇਖੋ ਜੀ, ਜੇ ਦੀਵਾਲੀ ਵੇਖਣੀ ਜਾਵੇ ਤਾਂ ਕਹਿੰਦੇ ਦਾਲ ਰੋਟੀ ਘਰ ਦੀ ਤੇ ਦੀਵਾਲੀ ਅੰਮ੍ਰਿਤਸਰ ਦੀ। ਪਰ ਸਾਡਾ ਜੀ ਤੁਸੀਂ ਗੱਲ ਕੀਤੀ ਕੈਲੀਫੋਰਨੀਆ ਦੀ, ਅਮਰੀਕਾ ਦੀ। ਔਰ ਅਮਰੀਕਾ 'ਚ ਜਿੰਨੇ ਵੀ ਲੋਕ ਉੱਥੇ ਇਕੱਠੇ ਨੇ, ਸਾਡੇ ਪ੍ਰਵਾਸੀ ਭਾਰਤੀ ਬੱਚੇ ਬੁੜੇ, ਉਹ ਤਾਂ ਚਾਹੁੰਦੇ ਨੇ ਕਿ ਦੀਵਾਲੀ ਇੱਥੇ ਦੀਪਮਾਲਾ ਕਰੀਏ ਔਰ ਦੀਵਿਆਂ ਦੀਆਂ ਕਤਾਰਾਂ ਬਣਾਈਏ ਔਰ ਰੌਸ਼ਨੀਆਂ ਦਾ ਤਿਉਹਾਰ ਦੀਵਾਲੀ ਨੂੰ ਫਿਰ ਉਸੇ ਤਰ੍ਹਾਂ ਮਨਾਈਏ ਜੋ ਅਸੀਂ ਪੰਜਾਬ ਦੇ ਖਿੱਤੇ 'ਚ, ਪੰਜਾਬ ਦੇ ਪਿੰਡਾਂ 'ਚ, ਪੰਜਾਬ ਦੀ ਜੂਹਾਂ 'ਚ ਮਨਾਉਂਦੇ ਰਹੇ ਹਾਂ। ਔਰ ਉਹਨਾਂ ਨੂੰ ਰਹਿ ਕੇ ਯਾਦ ਤਾਂ ਆਊਗਾ ਹੀ। ਔਰ ਆਤਿਸ਼ਬਾਜ਼ੀ ਵੀ ਚਲਾਉਣਗੇ, ਪਟਾਕੇ ਚਲਾਉਣਗੇ, ਛੁਰਲੀਆਂ ਚਲਾਉਣਗੇ, ਬੜਾ ਕੁਝ ਚਲਾਉਣਗੇ। ਇਹ ਬਹੁਤ ਵਧੀਆ ਗੱਲ ਹੈ, ਦੀ ਆਦਤ ਹੈ, ਹਰ ਥਾਂ ਤੇ ਨੂੰ ਬੜੇ ਧੂਮਧਾਮ ਨਾਲ ਮਨਾਇਆ ਜਾਂਦਾ। ਬਿਲਕੁਲ, ਖਰੀਦੋ ਫਰੋਖਤ ਸ਼ੁਰੂ ਹੋ ਗਈ ਹੈ। ਵੈਸੇ ਇੱਕ ਗੱਲ ਮੈਂ ਹਮੇਸ਼ਾ ਸੋਚਦਾ ਰਹਿਣਾ, ਕੈਲੀਫੋਰਨੀਆ ਦੇ ਵਿੱਚ, ਅਮਰੀਕਾ ਦੇ ਵਿੱਚ ਥਾਂ ਦੇ ਉੱਤੇ ਜਲੇਬੀਆਂ ਕਿੱਦਾਂ ਬਣਾਉਂਦੇ ਹੋਣਗੇ, ਉਹਨਾਂ ਦਾ ਸਵਾਦ ਕਿੱਦਾਂ ਦਾ ਹੋਣਾ। ਇਹ ਤਾਂ ਵੇਖੋ, ਜਲੇਬੀਆਂ ਦਾ ਸਵਾਦ ਤਾਂ ਜਿਹੜਾ ਖਾ ਕੇ ਦੱਸੂਗਾ। ਜਿਹੜਾ ਕਹਿੰਦੇ ਗੁੰਗਾ ਜਦੋਂ ਮਠਿਆਈ ਖਾਂਦਾ ਨਾ ਤਾਂ ਉਹਨੂੰ ਸਵਾਦ ਦੱਸਣਾ ਔਖਾ ਹੋ ਜਾਂਦਾ, ਉਹਦੇ ਅੰਦਰ ਦਾ ਸਵਾਦ ਜਾਂ ਸਿਰ ਹਿਲਾ ਕੇ ਦੱਸਦਾ। ਔਰ ਜਿਹੜੇ ਸਾਡੇ ਪੰਜਾਬੀ ਨੇ ਜਦੋਂ ਜਲੇਬੀਆਂ ਖਾਂਦੇ ਨੇ, ਮੇਸੂ ਖਾਂਦੇ ਆ, ਜਾਂ ਜਦੋਂ ਵੇਸਣ ਖਾਂਦੇ ਆ, ਜਾਂ ਜਦੋਂ ਮਠਿਆਈ ਦੇ ਨਾਲ ਬੜੀਆਂ ਚੀਜ਼ਾਂ, ਦੁੱਧ ਘਿਓ ਤੋਂ ਬਣੀਆਂ ਮਠਿਆਈਆਂ ਖਾਂਦੇ ਆ, ਉਹਨਾਂ ਦੀ ਲਜ਼ਤ, ਉਹਨਾਂ ਦਾ ਸਵਾਦ ਤਾਂ ਫਿਰ ਉਹੀ ਜਾਣਨ ਜਿਹਨਾਂ ਨੇ ਖਾਧਾ। ਵੈਸੇ ਗੱਲ ਹੈ, ਜੇ ਇੱਕ ਸ਼ਬਦ ਅਸੀਂ ਬੋਲਦੇ ਹਾਂ ਨਾ, ਬੜਾ ਮਿੱਠਾ, ਮਿਠਾਈ ਬੜੀ ਮਿੱਠੀ ਆ, ਜੇ ਮਿੱਠਾ ਸ਼ਬਦ ਸਾਡੇ ਕੋਲ ਹੋਵੇ ਹੀ ਨਾ, ਮਿੱਠਾ ਸ਼ਬਦ ਤੁਸੀਂ ਡਿਕਸ਼ਨਰੀ 'ਚੋਂ ਗਾਇਬ ਕਰ ਦਿਓ, ਭਾਸ਼ਾ 'ਚੋਂ ਗਾਇਬ ਕਰ ਦਿਓ, ਤੇ ਮਿੱਠਾ ਖਾਓਗੇ ਤੇ ਫਿਰ ਕਿੱਦਾਂ ਦੱਸੋਗੇ ਕਿ ਕੀ ਖਾਧਾ? ਤੁਸੀਂ ਵੀ ਇੱਦਾਂ ਹੀ ਕਹੋਗੇ, ਅਸੀਂ ਸਾਰੇ ਇੱਦਾਂ ਕਹਾਂਗੇ ਬਈ ਤਾਂ ਮਿੱਠਾ ਹੀ ਆ। ਜਦੋਂ ਅਸੀਂ ਭਾਸ਼ਾ ਵੀ ਆਨੇ ਕਿ ਇਹਦੀ ਭਾਸ਼ਾ 'ਚ ਬੜੀ ਮਿਠਾਸ ਆ ਜੀ, ਇਹਦੀ ਭਾਸ਼ਾ ਜਿਹੜੀ ਹੈਗੀ ਆ ਇਹ ਬਿਲਕੁਲ ਸ਼ਹਿਦ ਤੋਂ ਵੀ ਮਿੱਠੀ ਆ। ਜਦੋਂ ਅਸੀਂ ਕੰਪੈਰੀਜ਼ਨ ਕਰਦੇ ਹਾਂ, ਗੁੜ ਨਾਲ ਨੂੰ ਹੀ ਨਹੀਂ ਕਹਿੰਦੇ, ਗੁੜ ਨਾਲੋਂ ਤਾਂ ਅਸੀਂ ਕਹਿੰਦੇ ਗੁੜ, ਜਿਸ 'ਚ ਮਲਕੀਤ ਨੇ ਗਾਇਆ ਤੇ ਗੁੜ ਨਾਲੋਂ ਇਸ਼ਕ ਮਿੱਠਾ ਹੈ ਨਾ, ਉਹ ਤਾਂ ਉਹਨਾਂ ਨੇ ਕਿਹਾ ਨਾ। ਤੇ ਗੰਨੇ ਚੂਪਣ ਦਾ ਜਿਹੜਾ ਸਵਾਦ ਆਪਣਾ ਹੈਗਾ ਪੰਜਾਬ ਦੇ ਵਿੱਚ, ਜਦੋਂ ਧਰਤੀ 'ਤੇ ਅਸੀਂ ਜਾਂਦੇ ਹਾਂ ਤਾਂ ਉਹ 'ਚ ਫਸਲਾਂ ਵੇਹਦੇ ਹਾਂ ਤੇ ਗੰਨਾ ਚੂਪਦੇ ਹਾਂ, ਉਹਦਾ ਵੀ ਇੱਕ ਆਪਣਾ ਸਵਾਦ ਆ, ਮਿਠਾਈ ਦਾ ਆਪਣਾ ਸਵਾਦ ਆ। ਤੁਸੀਂ ਜਲੇਬੀਆਂ ਦੀ ਗੱਲ ਕੀਤੀ ਸੀ, ਜਲੇਬੀਆਂ ਅਮਰੀਕਾ ਦੀ ਧਰਤੀ 'ਤੇ ਵੀ ਬਣਦੀਆਂ, ਉਹਨਾਂ ਦਾ ਸਵਾਦ ਵੀ ਆਪਣਾ ਹੀ ਆ। ਸੋ ਇੱਕ ਸ਼ੇਰ ਨਾਲ ਆਪਾਂ ਇਸ ਗੱਲ ਨੂੰ ਅੱਗੇ ਵਧਾਉਂਦੇ ਹਾਂ ਕਿ सुना है कि वो जब बात करते हैं तो फूल गिरते हैं, तो हमने सोचा चलो हम भी उनसे बात करके देखते हैं। सो ਹੁਣ ਜਿਹੜੀਆਂ ਫੁੱਲਾਂ ਵਾਲੀਆਂ ਗੱਲਾਂ ਨੇ ਨਾ, ਇਹ ਥੋੜੀਆਂ ਪਿੱਛੇ ਪੈ ਗਈਆਂ ਨੇ, ਕਿਉਂਕਿ ਇਹ ਫੁੱਲਾਂ ਦੀ ਥਾਂ ਦੇ ਉੱਤੇ ਨਾ ਤਿੱਖਾ ਵਾਦ ਸੰਵਾਦ ਸ਼ੁਰੂ ਹੋ ਗਿਆ ਹੈ CM ਪੰਜਾਬ ਤੇ ਗਵਰਨਰ ਪੰਜਾਬ ਦੇ ਵਿੱਚ। ਹਜੇ ਤਾਂ ਚਿੱਠੀ ਪੱਤਰੀ ਹੈ, ਫੁੱਲਾਂ ਦੀ ਗੱਲ ਤਾਂ ਕਹਿੰਦੇ ਹੁਣ ਪਿੱਛੇ ਰਹਿ ਗਈ। ਹੁਣ ਇਹ ਤਿੱਖਾ ਵਾਦ ਸੰਵਾਦ ਹੈ ਔਰ ਜਿਹੜੀ ਵਿਰੋਧੀ ਧਿਰ ਹੈ ਉਹ ਤਾਂ ਕਹਿੰਦੇ ਨੇ ਕਿ CM ਦੇ ਉੱਤੇ ਐਕਸ਼ਨ ਲਿੱਤਾ ਜਾਵੇ ਕਿ ਉਹਨਾਂ ਨੇ ਗਵਰਨਰ ਸਾਹਿਬ ਨਾਲ ਇੱਦਾਂ ਗੱਲ ਕੀਤੀ ਤੇ ਕਿਵੇਂ ਕੀਤੀ। ਕਿਉਂਕਿ ਇਹਨਾਂ ਦਾ ਜਿੰਨਾ ਵੀ ਟਕਰਾਅ ਆ ਬੜੀ ਦੇਰ ਤੋਂ ਚੱਲ ਰਿਹਾ। ਜਦੋਂ ਕਿ ਇਹਨਾਂ ਨੇ ਇੱਕ ਵਿਸ਼ੇਸ਼ ਸਮਾਗਮ ਦੀ ਅਪੀਲ ਕੀਤੀ ਸੀ, ਉਹ ਇਕੱਠਾ ਕਰਨਾ ਸੀ ਇਹਨਾਂ ਨੇ ਆ ਕੇ। ਔਰ ਇਹ ਉਦੋਂ ਬਾਅਦ ਭਗਵੰਤ ਮਾਨ ਜੀ ਜਰਮਨ ਚਲੇ ਗਏ। ਜਰਮਨ ਤੋਂ ਬਾਅਦ ਬਹੁਤ ਕੁਝ ਹੋਇਆ
ਜਿਹਦੇ 'ਚ ਕੰਪੇਨ ਸ਼ੁਰੂ ਹੋ ਗਈ, ਜਿਹਦੇ 'ਚ ਇਹਨਾਂ ਨੇ ਕੁਛ MLA ਜਿਹੜੇ ਸੀ BJP ਦਾ ਨਾਂ ਲੱਗਿਆ ਕਿ ਉਹਨਾਂ ਨੂੰ ਖਰੀਦੋ ਫਰੋਖਤ ਹੋ ਗਈ ਆ, ਉਹ 'ਚ 25-25 ਲੱਖ ਰੁਪਈਆ ਦਾ ਜਿਹੜਾ ਆਫਰ ਆ ਗਈ। ਔਰ ਉਦੋਂ ਬਾਅਦ ਫਿਰ ਗਵਰਨਰ ਸਾਹਿਬ ਦਾ ਜਦੋਂ ਆਇਆ, ਇਹਨਾਂ ਕੋਲ ਫਾਈਲ ਗਈ, ਉਹਦੇ 'ਚ ਜਿਹੜਾ ਇਜਲਾਸ ਕਰਨਾ ਸੀ ਇਹਨਾਂ ਨੇ, ਉਹਦਾ ਵੀ ਇਹਨਾਂ ਨੇ 22 ਤਰੀਕ ਨੂੰ ਰੋਕ ਦਿੱਤਾ ਗਿਆ। ਉਹ 'ਚ ਵੀ ਖਫਾ ਹੋਏ। ਫਿਰ 27 ਤਰੀਕ ਦਾ ਇਹਨਾਂ ਨੇ ਮੰਗਿਆ, ਉਹ 27 ਤਰੀਕ ਦਾ ਮਿਲ ਗਿਆ। ਉਦੋਂ ਬਾਅਦ ਪਾ ਕੇ ਫਿਰ 2 ਵਾਈਸ ਚਾਂਸਲਰ ਦੀ ਜਿਹੜੀ ਅਪੁਆਇੰਟਮੈਂਟ ਸੀ, ਨਿਯੁਕਤੀ ਸੀ, ਉਹਦੇ 'ਤੇ ਵੀ ਪੂਰਾ ਖਦਸ਼ਾ, ਪੂਰਾ ਰੌਲਾ ਪਿਆ। ਫਾਈਲ ਮੁੜਦੀ ਰਹੀ। ਉਦੋਂ ਪਹਿਲੋਂ MLA ਦਾ, ਇੱਕ MLA ਨੂੰ ਜਿਹੜੀਆਂ ਉਹਦੀਆਂ ਪਦਵੀ ਦੀਆਂ 2-2 ਰਿਟਾਇਰਮੈਂਟ ਤੋਂ ਬਾਅਦ ਮਿਲਦੀਆਂ ਸੀਗੀਆਂ, ਜਿਹੜੀ ਉਹਨਾਂ ਦੀ ਪੈਨਸ਼ਨ ਸੀਗੀ, ਉਹਦੇ 'ਚ ਵੀ ਰੌਲਾ ਰਿਹਾ ਕਿ ਉਹਨਾਂ ਨੇ ਕਿਹਾ 1 ਟਾਈਮ ਇੱਕ ਦੇਣੀ ਪਏਗੀ, ਦੂਜੀ ਨਹੀਂ। ਉਹ ਵੀ ਫਾਈਲ ਇਹਨਾਂ ਨੇ ਮੋੜ ਦਿੱਤੀ। ਔਰ ਤੀਜਾ ਮਸਲਾ ਹੁਣ ਜਿਹੜਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸਤਬੀਰ ਸਿੰਘ ਗੋਸਲ ਹੋਣਾ ਦਾ ਸੀਗੀ ਅਪੁਆਇੰਟਮੈਂਟ, ਉਹਨਾਂ ਨੇ ਉਹ ਵੀ ਰੋਕ ਦਿੱਤੀ, ਉੱਤੇ ਵੀ ਕਾਂਟਾ ਲਾ ਦਿੱਤਾ। ਔਰ ਇਹ ਸਾਰਾ ਕੁਝ ਪਾ ਕੇ ਫਿਰ ਰਹੀ ਪੰਜਾਬ ਖੇਤੀ ਉਹਦੇ 'ਚ ਬਾਬਾ ਫਰੀਦ ਯੂਨੀਵਰਸਿਟੀ, ਉਹਦੇ 'ਚ ਵੀ ਜਿਹੜੀ ਅਪੁਆਇੰਟਮੈਂਟ ਸੀ ਵਾਈਸ ਚਾਂਸਲਰ ਦੀ, ਉਹ ਵੀ ਉਹਨਾਂ ਨੇ ਰੋਕ ਲਾ ਦਿੱਤੀ। ਔਰ ਉਹਨਾਂ ਨੇ ਮੇਰਾ ਖਿਆਲ ਕੋਈ ਵੀ ਫਾਈਲ ਜਿਹੜੀ ਆ ਉਹਦੇ 'ਤੇ ਓਕੇ ਨਹੀਂ ਕੀਤਾ, ਜਦੋਂ ਕਿ ਇਹ ਸਾਡੇ ਜਿੰਨੇ ਵੀ ਐਕਸਪਰਟ ਆ ਜਾਂ ਜਿੰਨੇ ਲੋਕ ਕਾਨੂੰਨ ਨੂੰ ਜਾਣਦੇ, ਉਹਨਾਂ ਨੇ ਕਿਹਾ ਕਿ ਇਹਦਾ ਮੈਨੇਜਮੈਂਟ ਬੋਰਡ ਆ, ਜਿਹੜੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਹੈ, ਇਹਦਾ ਆਪਣਾ ਇੱਕ ਬੋਰਡ ਆ, ਉਹ ਪਹਿਲਾਂ ਸਿਲੈਕਸ਼ਨ ਕਰ ਲੈਂਦਾ। ਫਾਈਨਲ ਅਪਰੂਵਲ ਜਿਹੜੀ ਆ ਉਹ ਗਵਰਨਰ ਸਾਹਿਬ ਕੋਲ ਹੁੰਦੀ ਆ, ਉਦੋਂ ਪਹਿਲਾਂ ਅਪੁਆਇੰਟਮੈਂਟ ਕਰਕੇ ਦਿੰਦੇ ਆ, ਜਦੋਂ ਕਿ ਗਵਰਨਰ ਸਾਹਿਬ ਨੇ ਕਹਿਤਾ ਕਿ 3 ਅਪੁਆਇੰਟਮੈਂਟ ਕਰਕੇ ਭੇਜੋ, 3 ਦੀ ਲਿਸਟ ਬਣਾ ਕੇ ਭੇਜੋ। ਇਹ ਰੌਲਾ ਰਿਹਾ, ਕਿਉਂਕਿ ਉਹ ਵੀ ਬੜੀ ਸਤਿਕਾਰਯੋਗ ਪਦਵੀ ਆ, ਗਵਰਨਰ ਪੰਜਾਬ ਅਤੇ ਬਾਕੀ ਜਿਹੜੇ ਆਪਣੇ ਮੁੱਖ ਮੰਤਰੀ ਨੇ ਭਗਵੰਤ ਮਾਨ, ਬਰਾਬਰ ਦੀ ਪੋਸਟ ਹੈਗੀ ਆ। ਪਰ ਇਹਨਾਂ ਦਾ ਆਪਸੀ ਜਿਹੜਾ ਰੌਲਾ ਵਾ, ਇਹਦੇ ਵਿੱਚ ਪੰਜਾਬ ਦੇ ਵਿਕਾਸ 'ਚ ਵਿਘਨ ਪੈ ਗਿਆ। ਦੂਜੀ ਗੱਲ ਜਿਹੜੀ ਹੈਗੀ ਹੈ, ਇਹਦੇ ਵਿੱਚ ਜਿੰਨਾ ਵੀ ਹਲੂਣਾ ਦਿੱਤਾ ਹੁਣ, ਉਹ ਉਹਨਾਂ ਨੇ ਕਹਿਤਾ ਕਿ ਜਿਹੜੀ ਅਕਾਲੀ ਦਲ ਦੇ ਜਿਹੜੇ ਸਪੋਕਸਮੈਨ ਨੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਫੌਰੀ ਤੌਰ 'ਤੇ ਇਹਨਾਂ ਦੀ ਗ੍ਰਿਫਤਾਰੀ ਹੋਣੀ ਚਾਹੀਦੀ ਹੈ, ਇਹਨਾਂ 'ਤੇ ਜਿਹੜਾ FIR ਲੌਜ ਹੋਣੀ ਚਾਹੀਦੀ ਹੈ, ਤਾਂ ਕਿ ਇਹਨਾਂ ਨੂੰ ਪਤਾ ਲੱਗੇ ਕਿ ਧਮਕੀਆਂ ਕਿੱਦਾਂ ਦਿੱਤੀਆਂ ਜਾਂਦੀਆਂ। ਔਰ ਉਹਦੇ ਵਿੱਚ ਇਹਨਾਂ ਨੇ 2 ਚਿੱਠੀਆਂ ਦੇ ਲਿਖੀਆਂ, ਇੱਕ ਪੰਜਾਬੀ 'ਚ ਇੱਕ ਅੰਗਰੇਜ਼ੀ 'ਚ, ਔਰ ਦੋਨਾਂ ਦਾ ਸਮੱਗਰੀ ਕੰਟੈਂਟ ਵੱਖਰਾ ਵੱਖਰਾ ਹੈਗਾ। ਹੁਣ ਦੇਖੋ, ਜੇ ਗਵਰਨਰ ਸਾਹਿਬ ਪੰਜਾਬੀ ਤਾਂ ਜਾਣਦੇ ਨੇ, ਉਹ ਤਾਂ ਲੋਕਾਂ ਨੇ ਪੜ੍ਹ ਕੇ ਜਿਹੜੇ ਉਹਨਾਂ ਦੇ ਟਰਾਂਸਲੇਟਰ ਉਹਨਾਂ ਨੇ ਦੱਸਣੀ ਸੀ, ਉਹਦੇ ਵਿੱਚ ਧਮਕੀਆਂ ਜਿਹੜੀਆਂ ਹੈਗੀਆਂ, ਉਹਦੇ 'ਚ ਇਹ ਕਿਹਾ ਗਿਆ ਕਿ ਉਹਨਾਂ ਨੇ ਭਗਵੰਤ ਮਾਨ ਨੇ ਕਿਹਾ ਉਹਨਾਂ ਨੂੰ ਚਿੱਠੀ 'ਚ ਵੀ ਜਿਹੜਾ ਤੁਸੀਂ ਜਿਨ੍ਹਾਂ ਦੇ ਮੋਢੇ 'ਤੇ ਤੁਸੀਂ ਚੜ੍ਹ ਕੇ ਗੱਲਾਂ ਕਰਦੇ ਜੇ, ਜਿਹੜੇ ਤੁਹਾਨੂੰ ਉਕਸਾਉਂਦੇ ਆ, ਉਹਨਾਂ ਨੇ ਆਫਟਰ ਆਲ ਮੁੜ ਕੇ ਭੱਜ ਜਾਣਾ ਅਤੇ ਸਾਡਾ ਹੀ ਆਪਸੀ ਮੇਲ ਜੋ ਰਹਿਣਾ। ਮੈਂ ਅਜੇ 5 ਸਾਲ ਇੱਥੇ ਹਾਂ, ਤੁਸੀਂ ਹੋ ਸਕਦਾ ਸਾਲ 2 ਸਾਲ ਜਿੰਨਾ ਚਿਰ ਵੀ ਹੈਗੇ ਜੇ, ਪਰ ਤੁਹਾਨੂੰ ਇਸ ਗੱਲ ਦੀ ਸੁਸ਼ੋਭਤ ਹੈ, ਤੁਸੀਂ ਕੁਰਸੀ 'ਤੇ ਬਿਰਾਜਮਾਨ ਰਹੋ, ਪਰ ਮੇਰੇ ਨਾਲ ਮਿਲ ਕੇ ਚੱਲੋ। ਔਰ ਇੱਦਾਂ ਦੀਆਂ ਗੱਲਾਂ ਜਿਹੜੀਆਂ ਗਈਆਂ, ਹੋ ਸਕਦਾ ਉਹਨਾਂ ਨੂੰ ਇਹ ਚੁਭੀਆਂ ਹੋਣਗੀਆਂ, ਜਾਂ ਇਹਦੀਆਂ ਗੱਲਾਂ ਜਿਹੜੀਆਂ ਉਹਨਾਂ ਨੇ ਇਹਨਾਂ ਨੂੰ ਕਹੀਆਂ ਚੁਭੀਆਂ ਹੋਈਆਂ, ਪਰ ਇਹ ਜਿਹੜੀ ਹੈਗੀ ਹੈ, ਇਸ ਵੱਡੀ ਪਦਵੀ 'ਤੇ ਬਹਿ ਕੇ ਇਹ ਨਿਆਣਿਆਂ ਵਾਲੀਆਂ ਗੱਲਾਂ ਜਾਂ ਦੂਜੀ ਜਮਾਤ 'ਚ ਪੜ੍ਹਦੇ ਬੱਚਿਆਂ ਵਾਲੀਆਂ ਗੱਲਾਂ ਕਰਨੀਆਂ, ਇਹਨਾਂ ਨੂੰ ਸੁਸ਼ੋਭਤ ਨਹੀਂ ਹੁੰਦੀਆਂ, ਸ਼ੋਭਾ ਨਹੀਂ ਦਿੰਦੀਆਂ। ਤੁਸੀਂ ਇੱਕ ਗੱਲ ਦੇਖ ਰਹੇ ਹੋ ਜੀ, ਇਹ ਕਿਸ ਮਿਆਰ 'ਤੇ ਆ ਚੁੱਕੀ ਹੈ ਰਾਜਨੀਤੀ। ਬਿਲਕੁਲ ਸਹੀ। ਇਹ ਕਿਸ ਮਿਆਰ 'ਤੇ ਆ ਚੁੱਕਾ ਹੈ ਬਿਹੇਵੀਅਰ। ਇੱਕ CM ਤੇ ਇੱਕ ਗਵਰਨਰ, ਦੋਵਾਂ ਦੇ ਵਿਚਲੇ ਸੰਵਾਦ, ਦੋਵੇਂ ਦਾ ਵਿਚਲਾ ਕਨਵਰਸੇਸ਼ਨ, ਤੇ ਕਿਸ ਤਰ੍ਹਾਂ ਦੀ ਲੈਂਗੁਏਜ ਆ, ਕਿਸ ਤਰ੍ਹਾਂ ਦਾ ਲੈਵਲ ਹੈ। ਦੱਸਿਆ ਹੁਣੇ ਤੁਹਾਨੂੰ ਦੂਜੀ ਜਮਾਤ ਦੇ ਬੱਚੇ ਪੜ੍ਹਦੇ ਨੇ, ਜਿਹੜੇ ਆਪਸ 'ਚ ਪਹਾੜੇ ਪੜ੍ਹਦੇ, ਫੱਟੀ ਮਾਰਦੇ, ਇੱਕ ਦੂਜੇ ਦੇ ਤੋਂ ਰੋਂਦਾ ਘਰ ਚਲ ਜਾਂਦਾ, ਇਹ ਨਿਆਣੇ ਵਾਲੀ ਗੱਲਾਂ ਹੈ ਨਾ। ਉਹ ਗੱਲਾਂ 'ਚ ਸਿਆਣੀ ਗੱਲ ਤਾਂ ਕੋਈ ਹੈ ਨਹੀਂ। ਗਵਰਨਰ ਦੀ ਪਦਵੀ ਬੜੀ ਆਨਰੇਬਲ ਆ, ਬੜੀ ਸਤਿਕਾਰਯੋਗ ਆ। ਪੰਜਾਬ ਦਾ ਮੁੱਖ ਮੰਤਰੀ ਹੋਣਾ ਵੀ ਛੋਟੀ ਗੱਲ ਨਹੀਂ, ਪਰ ਦੋਨਾਂ ਦਾ ਆਪਸੀ ਜਦੋਂ ਸਿੰਘ ਫਸ ਗਏ, ਅਤੇ ਉਦੋਂ ਫਿਰ ਕੌਣ ਆਂਦੇ, ਕੁੰਡੀਆਂ ਦੇ ਸਿੰਘ ਫਸ ਗਏ, ਫਿਰ ਨਿੱਤਰੂ ਵੜੇਵੇਂ ਖਾਣੀ, ਉਹ ਗੱਲ ਹੈਗੀ। ਚਲੋ, ਇਹਦੇ 'ਚ ਇਹ ਹੈ ਕਿ ਪੰਜਾਬ ਦੇ ਲੋਕ, ਪੰਜਾਬ ਦੇ ਬੱਚੇ, ਯੰਗ ਜਨਰੇਸ਼ਨ ਕੀ ਸਿੱਖੇ, ਇਹ ਦੋਵਾਂ ਵੱਡੇ ਲੋਕਾਂ ਦਾ ਆਪਸ ਦਾ ਸਲੂਕ ਦੇਖ ਕੇ ਕੀ ਸਿੱਖੇ ਕਿ ਸਾਡੇ ਵੱਡੇ ਇਦਾਂ ਕਰਦੇ ਨੇ ਤੇ ਸਾਨੂੰ ਵੀ ਇਦਾਂ ਹੀ ਕਰਨਾ ਚਾਹੀਦਾ। ਇਹ ਕੀ ਅਸਰ ਪੈ ਰਿਹਾ? ਮਤਲਬ ਇਹ ਹੈ ਕਿ ਸਿਆਸਤ ਹੈ, ਔਰ ਇਹ ਜੋ ਸਾਡੇ ਮੋਹਰੀ ਬਣੇ ਹੋਏ ਨੇ ਲੀਡਰ ਅਖਵਾਉਂਦੇ ਨੇ ਆਪਣੇ ਆਪ ਨੂੰ ਕਿ ਅਸੀਂ ਤੁਹਾਡੇ ਲੀਡਰ ਹੁੰਦੇ ਹਾਂ, ਲੀਡਰਾਂ ਵਾਲੇ ਗੁਣ ਤੁਹਾਡੇ 'ਚ ਹੈਗੇ ਨੇ, ਪਹਿਲਾਂ ਤਾਂ ਇਹ ਸਿੱਧ ਕਰੋ। ਗੱਲ ਸਹੀ ਹੈ। ਪਰ ਜਦੋਂ ਆਪਾਂ ਕਿਸੇ ਨੂੰ ਨੇਤਾ ਬਣਾਉਂਦੇ, ਉਦੋਂ ਗੁਣਾਂ ਬਾਰੇ ਤਾਂ ਪਤਾ ਘੱਟ ਹੀ ਲੱਗਦਾ ਨਾ। ਉਦੋਂ ਤਾਂ ਦੇ ਨੇਤਾ ਜੀ ਪਾ ਦਿਓ, ਵੋਟਾਂ ਜੀ ਪਾ ਦਿਓ ਜੀ, ਇਹ ਸਾਡੀ ਪਾਰਟੀ ਦਾ ਬੰਦਾ ਜੀ, ਉਦੋਂ ਤਾਂ ਇਹ ਨਹੀਂ ਗਿਣਿਆ ਜਾਂਦਾ। ਨਾ ਤਾਂ ਆਪਾਂ ਐਜੂਕੇਸ਼ਨ ਵੀ ਨੇ, ਨਾ ਉਹਦੀ ਉਮਰ ਦਾ ਕੋਈ ਇੱਥੇ ਪਤਾ ਲੱਗਦਾ, ਅਤੇ ਨਾ ਉਹਦਾ ਜਿਹੜਾ ਸਟੇਟਸ ਦਾ ਪਤਾ ਲੱਗਦਾ। ਪਤਾ ਉਦੋਂ ਲੱਗਦਾ ਜਦੋਂ ਉਹ ਕੀ ਰਿਜ਼ਲਟ ਦਿੰਦਾ, ਕੀ ਲੋਕਾਂ ਤੱਕ ਪਹੁੰਚਦਾ, ਕੀ ਸਹੂਲਤਾਂ ਦਿੰਦਾ, ਅਤੇ ਪਾ ਲਾ ਕੇ ਉਹੀ ਲਾਠੀ ਚਾਰਜ, ਰੌਲਾ ਰੱਪਾ, ਹੈ ਨਾ, ਮਿਹਣੋ ਦੇਣੀ, ਜਿਹੜਾ ਉਹ ਗੱਲ ਹੁੰਦੀ, ਬਸ ਉਹ ਉਸ 'ਤੇ ਆ ਗਏ। ਮਤਲਬ what kind of political behavior, ਤੁਸੀਂ ਦੱਸੋ। ਇੱਕ ਪੋਲੀਟੀਕਲ ਸੈਂਸ ਹੁੰਦੀ ਆ ਜੋ ਲੋਕਾਂ ਨੂੰ ਵਿਖਾਈ ਦਿੰਦੀ ਹੈ ਕਿ ਦੇਖੋ ਬਈ ਗੱਲ ਕਰਦਾ ਤੇ ਕਿਆ ਬਾਤ ਹੈ ਨਾ, ਕਿਆ ਲੈਵਲ ਹੈ। ਹੁਣ ਆਹ ਦੱਸੋ, ਬੜਾ ਅਜੀਬ ਲੱਗਦਾ। ਔਰ ਕਈ ਵਾਰ ਆਪਾਂ ਇਹ ਵੀ ਸੋਚਦੇ ਹਾਂ, ਦੇਖੋ ਅਸੀਂ ਕੀ ਚੀਜ਼ਾਂ ਡਿਸਕਸ ਕਰਦੇ ਪਏ, ਡਿਸਕਸ਼ਨ 'ਚ ਆਹ ਵੀ ਚੀਜ਼ ਆਉਂਦੀ ਪਈ ਹੈ। ਸੋ ਬੱਚਿਆਂ ਵਾਸਤੇ ਵੀ ਅਸੀਂ ਉਸ ਚੀਜ਼ ਨੂੰ ਮੁੱਖ ਰੱਖ ਕੇ ਕਿ ਆਹ ਸਭ ਚੀਜ਼ਾਂ ਸ਼ੋਭਾ ਨਹੀਂ ਦਿੰਦੀਆਂ, ਕਿਉਂਕਿ ਇਹ ਜੋ ਸਰਕਾਰੀ ਡਾਕੂਮੈਂਟਸ ਹੁੰਦੇ ਨੇ, ਲੈਟਰਸ ਹੁੰਦੇ ਨੇ, ਇਹ ਹਿਸਟਰੀ ਬਣ ਜਾਂਦੇ ਆ, ਇਹ ਇਤਿਹਾਸ ਹੈ। ਹੁਣ
ਵੈਸੇ ਡਿਸਕਲੋਜ਼ ਘੱਟ ਹੁੰਦੇ ਆ, ਜਿੰਨੇ ਵੀ ਲੈਟਰ ਹੁੰਦੇ ਆ ਪੇਪਰ ਲੈਟਰ ਹੈੱਡ 'ਤੇ ਲਿਖੇ ਜਾਂਦੇ ਆ। ਪ੍ਰਾਈਮ ਜਿਹੜਾ ਮੁੱਖ ਮੰਤਰੀ ਆ ਉਹਦਾ ਲੈਟਰ ਹੈੱਡ ਆ, ਉੱਤੇ ਲਿਖੇ ਜਾਂਦਾ, ਸੀਕਰਟ ਹੁੰਦੇ ਆ, ਜਿਹਨਾਂ ਕੋਲ ਜਾ ਰਿਹਾ ਉਹ ਲੈਂਦਾ। ਇਹਨਾਂ ਡਿਸਕਲੋਜ਼ ਨਹੀਂ ਹੁੰਦੇ ਕਦੀ ਵੀ, ਪਰ ਇਹ ਡਿਸਕਲੋਜ਼ ਕਰਕੇ ਇਹਨਾਂ ਨੇ ਉੱਤੇ ਫੇਸਬੁੱਕ 'ਤੇ ਪਾਇਆ, ਤੁਸੀਂ ਇਹਨੂੰ ਪੜ੍ਹ ਸਕਦੇ ਜੀ। ਪਰ ਇਹਦੇ 'ਚ ਕੀ ਤੁਹਾਡਾ ਕੀ ਲਕੂਨਾ ਰਹਿ ਗਿਆ, ਕੀ ਇਹਦੇ ਵਿੱਚ ਜਿਹੜਾ ਤੁਹਾਡਾ ਸੋਚ ਰਹਿ ਗਈ, ਕੀ ਮਿਆਰ ਹੈ, ਮਿਆਰ ਉਹੀ ਰਹਿ ਗਿਆ ਕਿ ਪਿੱਛੇ ਇਹ ਗੱਲ ਹੋ ਗਈ ਜਿਹੜੀ ਲੈਟਰ ਆਉਂਦੇ ਫਿਰ ਤੇ ਤੋਂ ਮਤਲਬ ਆ ਵੀ ਤੁਸੀਂ ਮਿਲ ਕੇ ਗੱਲ ਕਰ ਲਓ। ਜਦੋਂ ਇਹ ਵੀ ਤੁਹਾਨੂੰ ਪਤਾ ਹੋਣਾ, ਜਦੋਂ ਸੀਤਾਰਮਨ ਵਿੱਤ ਮੰਤਰੀ ਆਏ ਨੇ, ਉਦੋਂ ਭਗਤ ਸਿੰਘ ਜੀ ਦੇ ਨਾਂ 'ਤੇ ਚੰਡੀਗੜ੍ਹ ਏਅਰਪੋਰਟ ਦਾ ਨਾਂ ਤਬਦੀਲ ਕਰਨਾ ਸੀਗਾ, ਤਾਂ ਆਉਣਾ ਸੀ ਉਹਨਾਂ ਦੇ ਨਾਂ 'ਤੇ ਸਾਰਾ ਕੁਝ ਹੋਣਾ ਸੀਗਾ। ਗਵਰਨਰ ਸਾਹਿਬ ਇੱਕ ਕੁਰਸੀ 'ਤੇ ਬੈਠੇ ਆ, ਭਗਵੰਤ ਮਾਨ ਜੀ ਦੂਜੀ 'ਤੇ ਬੈਠੇ ਆ, ਇੱਕ ਦਾ ਮੂੰਹ ਪੱਛਮ ਨੂੰ, ਦੂਜੇ ਦਾ ਪੂਰਬ ਵੱਲ ਨੂੰ। ਕੋਈ ਇਹਨਾਂ ਵੱਲ ਇਹ ਨਹੀਂ ਹੈਗਾ, ਕੋਈ ਇਹਨਾਂ ਵੱਲ ਮਕਰੰਤੀ ਖਿੱਚ ਨਹੀਂ ਰਹੀ, ਕੋਈ ਇਹਨਾਂ 'ਚ ਲਗਾਵ ਨਹੀਂ ਰਿਹਾ। ਦੋ ਪੋਸਟਾਂ ਦੇ ਵੱਡੇ ਜਿਹੜੇ ਬੈਠੇ ਨੇ ਪਦਵੀਆਂ 'ਤੇ, ਜੇ ਉਹਨਾਂ ਦੇ ਮੂੰਹ ਇੱਧਰ ਉੱਧਰ ਹੋਣਗੇ ਤੇ ਬਾਕੀ ਜਿਹੜੇ ਕਰਿੰਦੇ ਜਾਂ ਕੰਮ ਕਰਨ ਵਾਲੇ ਆਫੀਸਰ ਨੇ, ਛੋਟੇ ਨੇ, ਉਹ ਤਾਂ ਇਹਦਾ ਫਾਇਦਾ ਹੋਰ ਚੁੱਕਣਗੇ। ਦੇਖੋ ਨਾ, ਕੰਮ ਦੇ ਪਰ ਕੁਆਲਿਟੀ ਦੇ ਉੱਤੇ ਪ੍ਰਭਾਵ ਪੈਂਦਾ ਹੈ। ਤੁਸੀਂ ਫਿਰ ਸਮੱਸਿਆਵਾਂ ਕਿਵੇਂ ਹੱਲ ਕਰਨੀਆਂ ਨੇ ਜੇ ਇਦਾਂ ਬੈਠਣਾ? ਕੋਆਰਡੀਨੇਸ਼ਨ ਨਹੀਂ, ਤਾਲਮੇਲ ਨਹੀਂ ਇਹਨਾਂ ਦਾ ਆਪਸੀ, ਤੇ ਕੀ ਕੰਮ ਕਰੋ? ਲੋਕਾਂ ਵਾਸਤੇ ਬਿਠਾਏ ਗਏ ਹੋ, ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨ ਵਾਸਤੇ ਬਿਠਾਏ ਗਏ ਹੋ। ਨਿੱਜੀ ਪਦਵੀ ਨਹੀਂ ਕੀ ਤੁਹਾਡੀ, ਆਪਣੀ ਥੋੜਾ ਕਿ ਤੁਹਾਨੂੰ ਆਪਸ ਚ ਤੁਹਾਡੀ ਬਣਦੀ ਨਹੀਂ ਜਾਂ ਇੱਕ ਦੂਜੇ ਨੂੰ ਪਸੰਦ ਨਹੀਂ ਕਰਦੇ, ਉਹ ਤੁਹਾਡਾ ਪ੍ਰਾਈਵੇਟ ਮੈਟਰ ਹੋ ਸਕਦਾ ਹੈ। ਸਾਨੂੰ ਸਾਡੇ ਮਸਲਿਆਂ ਦਾ ਹੱਲ ਚਾਹੀਦਾ। ਤੁਹਾਡੀ ਨਾਰਾਜ਼ਗੀ ਇੱਕ ਪਾਸੇ, ਉਹ ਤੁਸੀਂ ਆਖੋ ਆਪਣੀ ਪਰਸਨਲ ਨਾਰਾਜ਼ਗੀ ਆਪਣੇ ਤੱਕ ਰੱਖੋ ਨਾ, ਬਟ ਜੋ ਸਟੇਟ ਨੂੰ, ਸੂਬੇ ਨੂੰ ਜੋ ਡਿਲੀਵਰੈਂਸ ਚਾਹੀਦੀ ਹੈ ਕੰਮਾਂ ਦੀ, ਸਾਨੂੰ ਤੇ ਉਹ ਚਾਹੀਦਾ। ਸੋ ਇਹ ਬੜਾ ਬਚਕਾਨਾ ਜਿਹਾ ਲੱਗਿਆ, ਤੁਸੀਂ ਬਿਲਕੁਲ ਠੀਕ ਕਹੀ ਹੈ, ਕਿਉਂਕਿ ਇਹਦੇ ਵਿੱਚ ਹੁਣ ਪਾਰਟੀਆਂ ਜਿਹੜੀਆਂ ਆਪੋਜੀਸ਼ਨ ਉਹਨਾਂ ਨੇ ਗੱਲ ਕਹੀ ਹੈ, ਗੱਲ ਤਾਂ ਠੀਕ ਹੈ, ਪਰ ਉਹ ਵੀ ਪਤਾ ਕੀ ਕਹਿ ਰਹੇ। ਹੁਣ ਇਹਦੇ 'ਚ ਇੱਕ ਹੋਰ ਗੱਲ ਸੁਣ ਲਿਓ, ਅਕਾਲੀ ਦਲ ਜਾਂ ਕਾਂਗਰਸ ਕਹੂਗੀ, ਉਹ ਕਾਂਗਰਸ ਸਿੱਧਾ ਮੁੱਖ ਮੰਤਰੀ ਨੂੰ ਕਹਿ ਰਿਹਾ, ਜਿਹਦੇ 'ਚ ਗਵਰਨਰ ਸਾਹਿਬ ਦਾ ਵੀ ਇਹਦੇ 'ਚ ਉਹਨਾਂ ਕੀ ਰੋਲ ਹੈਗਾ ਜਿੰਨਾ ਕਿ ਭਗਵੰਤ ਮਾਨ ਦਾ ਹੋਊਗਾ, ਇਕੁਅਲ ਟੂ ਉਹੀ ਹੈਗਾ। ਜਦੋਂ ਇਹਨਾਂ ਨੇ 22 ਤਰੀਕ ਦੀ ਰੋਕ ਲਈ ਆ ਉਹਨਾਂ ਦਾ ਇਜਲਾਸ, ਫਿਰ 27 ਨੂੰ ਕਿਉਂ ਦਿੱਤਾ? ਜੇ ਤਾਂ ਉਹਨਾਂ ਦਾ ਇੱਕ ਕਾਇਦਾ ਕਾਨੂੰਨ ਹੈਗਾ ਤਾਂ ਅੜੇ ਰਹਿੰਦੇ, ਫਿਰ ਦੂਜਾ ਵੀ ਉਹਨਾਂ ਨੂੰ ਇਜਲਾਸ ਦੀ ਪਰਮਿਸ਼ਨ ਨਾ ਦਿੰਦੇ। ਤੀਜਾ VC ਸਾਹਿਬ ਦੀਆਂ ਜਿਹੜੀਆਂ ਉੱਚ ਹੈਗੀਆਂ, ਜਦੋਂ ਮੈਨੇਜਮੈਂਟ ਬੋਰਡ ਆ ਪਿਛਲਾ ਇਸ ਦੀਆਂ ਵੇਖ ਲਓ, ਜਿਹਨੇ VC ਆਏ ਉਹ ਕਿਹਨਾਂ ਨੇ ਬਣਾ ਦਿੱਤੇ। ਹੁਣ ਪਹਿਲੇ ਇਹੀ ਗਵਰਨਰ ਕਿਉਂ ਰੋਕ ਰਿਹਾ? ਇਹਦੇ ਵਿੱਚ ਵੀ ਜਿਹੜਾ ਵਿਅਕਤੀਗਤ ਜਿਹੜਾ ਰੌਲਾ ਹੈ, ਦੋਵੇਂ ਹੀ ਧਿਰਾਂ ਹਮੇਸ਼ਾ ਕਸੂਰਵਾਰ ਹੁੰਦੀਆਂ ਨੇ, ਕਿਉਂਕਿ ਸਾਡੇ ਬਜ਼ੁਰਗ ਕਹਿੰਦੇ ਨੇ ਤਾੜੀ ਦੋਵੇਂ ਹੱਥਾਂ ਨਾਲ ਵੱਜਦੀ ਆ, ਇੱਕ ਹੱਥ ਨਾਲ ਤਾੜੀ ਨਹੀਂ ਵੱਜਦੀ ਹੁੰਦੀ। ਸਹੀ ਗੱਲ। ਸੋ ਅੱਗੇ ਚੱਲਦੇ ਹਾਂ ਆਪਾਂ, ਜ਼ਰੂਰ। ਹੁਣ ਚੱਲਦੇ ਹਾਂ ਇੰਗਲੈਂਡ ਦੀ ਧਰਤੀ ਤੇ। ਬਸ ਪਹਿਲਾਂ ਅਮਰੀਕਾ, ਫਿਰ ਪੰਜਾਬ, ਪੰਜਾਬ ਤੋਂ ਬਾਅਦ ਇੰਗਲੈਂਡ ਜ਼ਰੂਰ ਹੈ। ਸਾਡੀਆਂ ਫਲਾਈਟਸ ਬਹੁਤ ਤੇਜ਼ ਨੇ ਜੀ। ਫਿਰ ਸਾਡਾ ਪਾਵਟ ਜਿਹੜਾ ਏਰੀਆ ਜਿਹੜਾ ਹੈਗਾ, ਜਿੱਥੇ ਅਸੀਂ ਫਲਾਈਟ ਕਰਦੇ ਪੰਜਾਬ ਹੀ ਹੈ, ਫਿਰ ਇੱਥੇ ਆ ਕੇ ਉਤਰ ਜਾਂਦੇ ਆਪਾਂ ਚੰਡੀਗੜ੍ਹ। ਸਾਡਾ ਆਪਣਾ ਇੱਕ ਜੈਟ ਹੈ ਨਾ, ਕਿਉਂਕਿ ਪੰਜਾਬ ਸਰਕਾਰ ਵੀ ਠੇਕੇ ਤੇ ਜੈਟ ਲੈਣ ਦੀ ਤਿਆਰੀ ਕਰਦੀ ਪਈ ਹੈ, ਤੇ ਅਸੀਂ ਤੇ ਪਹਿਲਾਂ ਹੀ ਰੱਖਿਆ ਹੋਇਆ ਆਪਣਾ ਇੱਕ ਜੈਟ, ਜਿਹੜਾ ਗੱਲਾਂ ਦੇ ਜ਼ਰੀਏ, ਇਮੇਜਿਨੇਸ਼ਨ ਦੇ ਜ਼ਰੀਏ ਸਭ ਜਗ੍ਹਾ ਪਹੁੰਚ ਜਾਂਦਾ। ਲੰਡਨ ਪਹੁੰਚੋ ਤੇ ਹੀਥਰੋ 에ਅਰਪੋਰਟ ਤੇ ਲੈਂਡ ਕਰੀਏ। ਚਲੋ, ਗੱਲ ਇਹ ਹੋਈ ਹੈ ਕਿ ਜਿਹੜੇ ਮੰਤਰੀ ਬਣੇ ਸੀ, ਪ੍ਰਧਾਨ ਮੰਤਰੀ ਜੀ ਲਿਜ਼ ਟਰਸ, ਤਾਂ ਉਹ ਹੁਣ ਅਸਤੀਫਾ। ਅੱਛਾ। ਤੇ ਫਿਰ ਤੋਂ ਰਿਸ਼ੀ ਸੁਨਕ, ਤੁਹਾਨੂੰ ਯਾਦ ਹੋਣਾ ਅਸੀਂ ਇੱਥੋਂ ਬਹਿ ਕੇ ਹੀ ਕਈ ਵਾਰ ਕਹਿੰਦੇ ਰਹੇ, 2-4 ਵਾਰੀ ਗੱਲ ਕੀਤੀ ਹੈ ਕਿ ਬਰਤਾਨਵੀ ਹਕੂਮਤ ਸਾਡੇ ਸਿਰ ਤੇ ਰਹੀ ਹੈ, ਭਾਰਤ ਦੇ ਉੱਤੇ ਰਾਜ ਕੀਤਾ ਬਰਤਾਨੀਆ ਨੇ, ਇੰਗਲੈਂਡ ਨੇ, ਕਿਉਂ ਨਾ ਸਾਡਾ ਇੱਕ ਬੰਦਾ ਇੰਗਲੈਂਡ ਦਾ ਪ੍ਰਧਾਨ ਮੰਤਰੀ ਬਣੇ ਤੇ ਉਹਨੂੰ ਰਾਜ ਕਰਕੇ ਵਿਖਾਈਏ ਕਿ ਦੇਖੋ ਭਾਰਤੀਆਂ ਦਾ ਰਾਜ ਇਦਾਂ ਦਾ ਹੁੰਦਾ। ਆਪਾਂ ਕਈ ਵਾਰੀ ਗੱਲ ਕਰ ਚੁੱਕੇ ਹਾਂ। ਫਿਰ ਉਹਦੀ ਕਿਸਮਤ ਇਹਦਾ ਮਤਲਬ ਚਮਕ ਰਹੀ ਹੈ, ਲੱਗਦਾ ਫਿਰ ਤੋਂ। ਹਾਂ, ਦੁਬਾਰਾ ਕਿਸਮਤ ਦਾ ਸਿਤਾਰਾ ਫਿਰ ਚਮਕਿਆ। ਔਰ ਕਈ ਵਾਰ ਕਹਿੰਦੇ ਨੇ ਕਿ ਜਿਹੜੇ ਉੱਥੇ ਸੱਟਾ ਲਾਉਣ ਵਾਲੇ ਬੈਠੇ ਨੇ, ਉਹ ਸੱਟਾ ਲਗਾ ਰਹੇ ਨੇ ਇਸ ਚੀਜ਼ ਦੇ ਉੱਤੇ, ਜੂਆ ਖੇਡਿਆ ਜਾ ਰਿਹਾ, ਗੈਂਬਲ ਹੋ ਰਿਹਾ, ਦਾਅ ਲੱਗੇ ਹੋਏ ਨੇ ਕਿ ਜੇ ਇਹ ਬਣਿਆ, ਉਹ ਕਹਿੰਦੇ ਨੇ ਨਹੀਂ ਬਣਿਆ, ਕਹਿੰਦੇ ਫਿਰ ਇਹਦੇ ਤੇ ਲਗਾ ਲਿਓ, ਹੁਣ ਦੱਸੋ ਕੌਣ ਬਣਦਾ। ਔਰ ਜੇ ਰਿਸ਼ੀ ਸੁਨਕ ਬਣ ਜਾਂਦੇ ਨੇ, ਕਿਉਂਕਿ ਇੰਟੈਲੀਜੈਂਟ ਬੰਦੇ ਨੇ, ਔਰ ਕਿਹਾ ਜਾਂਦਾ ਹੈ ਕਿ ਜਿਸ ਤਰ੍ਹਾਂ ਇਹ ਇਕਨੋਮੀ ਨੂੰ ਸੰਭਾਲ ਸਕਦੇ ਨੇ, ਸ਼ਾਇਦ ਇਹਨਾਂ ਦੇ ਮੁਕਾਬਲੇ ਦੀ ਸਮਝ ਵਾਲਾ, ਅੰਡਰਸਟੈਂਡ ਕਰਨ ਵਾਲਾ ਬ੍ਰਿਟੇਨ ਦੀ ਇਕਨੋਮੀ ਨੂੰ ਸ਼ਾਇਦ ਕੋਈ ਦੂਜਾ ਨਹੀਂ ਹੈਗਾ। ਕਿਉਂਕਿ ਜਦੋਂ ਕਿ ਕੰਜ਼ਰਵੇਟਿਵ ਪਾਰਟੀ ਹੈ ਜਿਹਦੇ 'ਚ ਹੈੱਡ ਸੀਗੀ ਜੀ, ਔਰ ਇਹ ਪਹਿਲਾਂ ਮੰਤਰੀ ਵੀ ਰਹੇ ਆ ਟਰਸਟ ਲਿਜ਼ ਜੀ, ਔਰ ਇਹਨਾਂ ਨੇ ਜਿਹੜਾ ਕੰਮ ਕੀਤਾ ਥੋੜ੍ਹਾ ਜਿਹਾ 3 ਮਹੀਨੇ ਦੇ ਵਿੱਚ ਹੀ ਉਹ ਲੋਕਾਂ ਦੀ ਬਸ ਹੋ ਗਈ ਹੈ। ਕਿਉਂਕਿ ਜਿਹੜੇ ਵੀ ਇਹਨਾਂ ਨੇ ਸਹੂਲਤਾਂ ਦੇਣ ਦਾ ਲੋਕਾਂ ਨੂੰ ਕਿਹਾ ਸੀਗਾ, ਆਪਾਂ ਪੰਜਾਬ ਲਈ ਨਹੀਂ ਜਾਂ ਹਿੰਦੁਸਤਾਨ 'ਚ ਨਹੀਂ ਗਾ, ਜੋ ਅਸੀਂ ਬਣਾਉਂਦੇ ਹਾਂ ਜਾਂ ਜੋ ਸਹੂਲਤਾਂ ਦਾ ਚਿੱਠਾ ਬਣਾਉਂਦੇ ਹਾਂ, ਮੁੜ ਕੇ ਉੱਤੇ ਪੂਰਾ ਨਹੀਂ ਹੁੰਦੇ। ਇੰਗਲੈਂਡ 'ਚ ਵੀ ਇਹੀ ਫਿਰਤ ਹੈਗੀ। ਉਹਨਾਂ ਨੇ ਕਿਹਾ ਕਿ ਅਸੀਂ ਇੰਟਰਸਟ ਰੇਟ ਜਿਹੜਾ ਉਹ ਘਟਾਵਾਂਗੇ, ਹੈ ਨਾ, ਲੋਕਾਂ ਨੂੰ ਸਹੂਲਤਾਂ ਦੇਵਾਂਗੇ, ਬੇਰੁਜ਼ਗਾਰੀ ਖਤਮ ਕਰਾਂਗੇ, ਹੈ ਨਾ, ਉਹਦੇ 'ਚ ਆਵਾਜਾਈ ਦੇ ਸਾਧਨ ਠੀਕ ਕਰ ਦਾਂਗੇ, ਬਿਜਲੀ ਮੁਹੱਈਆ ਹੋਊਗੀ ਸਾਰਿਆਂ ਨੂੰ, ਬੇਸਿਕ ਨੀਡ ਜਿਹੜੀ ਬੇਸਿਕ ਕਮਿਊਨਿਟੀ ਹੈ ਉਹ ਜਦੋਂ ਨਹੀਂ ਪੂਰੀਆਂ ਹੋਈਆਂ, ਇਹ ਆਪ ਇਹਨਾਂ ਨੇ ਕਹਿਤਾ ਅੱਜ ਕਿ ਮੈਂ ਲੋਕਾਂ ਦੀਆਂ ਜਿਹੜੀਆਂ ਸਹੂਲਤਾਂ ਸੀ, ਜਨਤਾ ਦੀ ਸਹੂਲਤਾਂ ਤੱਕ ਪੂਰਾ ਨਹੀਂ ਉਤਰ ਸਕੀ, ਇਸ ਕਰਕੇ ਮੈਂ ਕੰਜ਼ਰਵੇਟਿਵ ਪਾਰਟੀ ਦੀ ਹੈੱਡ ਦੇ ਤੌਰ 'ਤੇ ਜਿਹੜੀ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣੀ ਆ, ਤਾਂ ਕਿ ਮੈਂ ਚਾਹੁੰਦੀ ਹਾਂ ਕਿ ਇਹਦੇ ਨਾਲ ਇੱਕ ਟੋਰੀ ਵਿਗ ਹੈਗੀ ਪਾਰਟੀ ਹੈਗੀ, ਉਹਨਾਂ ਨੇ ਵੀ ਉਹਦੇ ਵੀ ਜਿਹੜੇ ਨੁਮਾਇੰਦੇ ਆ ਉਹ ਸਾਰੇ ਇੱਕ ਪਾਸੇ ਚਲੇ ਗਏ। ਐਕਚੁਅਲੀ ਪਤਾ ਕੀ ਹੈ, ਇਸ ਵਕਤ ਜੋ ਬ੍ਰਿਟੇਨ ਦੀ ਅਰਥ ਵਿਵਸਥਾ ਹੈ ਉਹ ਕਾਫੀ ਥੋੜੀ ਟਰੈਕ ਤੇ ਨਹੀਂ ਹੈਗੀ, ਲੜਖੜਾਈ ਹੈ, ਕਿਉਂਕਿ ਇੰਡੀਆ ਤੋਂ ਵੀ ਕਾਫੀ ਪੈਸਾ ਲਿੱਤਾ ਗਿਆ ਔਰ ਉਸ ਨਾਲ ਬਚਾਓ ਹੈ।
ਔਰ ਪਿੱਛੇ ਜੇ ਜਦੋਂ ਇਹ ਗੱਲ ਹੋਈ ਸੀ ਕਿ ਇੰਡੀਆ ਦੇ ਬਹੁਤ ਸਾਰੇ ਲੋਕ ਪ੍ਰਵਾਸੀ ਬਣ ਕੇ ਇੰਗਲੈਂਡ 'ਚ ਆ ਰਹੇ ਨੇ, ਇੱਥੇ ਸੈਟਲ ਹੋ ਰਹੇ ਨੇ, ਤੇ ਉਹਨਾਂ ਨੂੰ ਨਹੀਂ ਪਰਮਿਸ਼ਨ ਮਿਲਣੀ ਚਾਹੀਦੀ, ਤੇ ਇੱਧਰ ਭਾਰਤ ਸਰਕਾਰ ਨੇ ਥੋੜਾ ਟਾਈਟ ਰੁਖ, ਸਖਤ ਰੁਖ ਅਪਣਾਇਆ, ਤੇ ਉਹ ਪੈਸੇ ਵਾਪਸ ਲੈਣ ਦੀ ਜਦੋਂ ਡਿਮਾਂਡ ਹੋਈ, ਮਤਲਬ ਇੱਕ ਗੱਲਾਂ ਜਦੋਂ ਅੰਦਰੋਂ ਨਿਊਜ਼ ਪਹੁੰਚਦੀ ਹੈ ਕਿ ਭਾਰਤ ਦੀ ਸਰਕਾਰ ਉਹ ਪੈਸਾ ਵਾਪਸ ਚਾਹੁੰਦੀ ਹੈ ਜੋ ਦਿੱਤਾ ਹੋਇਆ ਹੈ ਬ੍ਰਿਟੇਨ ਨੂੰ, ਤਾਂ ਫਿਰ ਉਹ ਮਾਫੀ ਮੰਗਦੇ ਹੋਏ ਪ੍ਰਸ਼ਾਸਨ ਨੇ ਜੋ ਬ੍ਰਿਟੇਨ ਦਾ ਹੈ ਉਹਨਾਂ ਨੇ ਯੂ ਟਰਨ ਮਾਰੀ। ਪਰ ਉਹ ਸਾਰੀਆਂ ਗੱਲਾਂ ਇੱਕ ਪਾਸੇ ਰਹਿ ਗਈਆਂ। ਮੇਨ ਗੱਲ ਇਹ ਹੈ ਕਿ ਅਰਥ ਵਿਵਸਥਾ ਜੋ ਲੜਖੜਾਈ ਹੋਈ ਹੈ ਉਹ ਕਾਫੀ ਹੱਦ ਤੱਕ ਇਹ ਸਮਝਿਆ ਜਾਂਦਾ ਕਿ ਰਿਸ਼ੀ ਸੁਨਕ ਉਸ ਨੂੰ ਕੰਟਰੋਲ ਕਰ ਸਕਦੇ ਨੇ। ਲੰਡਨ ਸਕੂਲ ਆਫ ਕਾਮਰਸ ਤੋਂ ਨੇ, ਪਾਰਟੀ ਨੇ ਕਹਿਤਾ ਨਾ ਕਿ ਪ੍ਰੋਮਿਨੈਂਟ ਪਰਸਨੈਲਿਟੀ ਇਹਦੇ ਲਈ ਇਹਦਾ ਗੁਣਾ ਪੈ ਗਿਆ ਉਹਦੇ ਤੇ। ਪਰ ਇੱਕ ਪਾਸੇ ਦੂਜੀ ਪਾਰਟੀ ਜਿਹੜੀ ਕੰਜ਼ਰਵੇਟਿਵ ਉਹਨਾਂ ਨੇ ਵੀ ਕਹਿਤਾ ਕਿ ਜੌਨਸਨ ਜਿਹੜੇ ਪਹਿਲੇ ਆ ਗਏ ਨੇ ਤੇ ਇਹਨਾਂ ਨੂੰ ਅਸਤੀਫਾ ਦਵਾਇਆ ਗਿਆ, ਜਿਹੜੇ ਗਏ ਟਰਮ ਪੂਰੀ ਕਰਕੇ ਨਹੀਂ ਗਏ, ਉਹਨਾਂ ਨੂੰ ਵੀ ਬੁਲਾਉਣਾ ਚਾਹ ਰਹੇ ਆ। ਇਹ ਦੋ ਤੇ ਐਤਕੀ ਗੁਣਾ ਪਊਗਾ, ਜਾਂ ਤਾਂ ਉਹ ਆ ਜਾਣਗੇ ਜਾਂ ਫਿਰ ਰਿਸ਼ੀ ਸੁਨਕ ਆਊਗਾ, ਕਿਉਂਕਿ ਇਸ ਵੇਲੇ ਇਹ ਵੀ ਬਰਾਬਰ ਦੇ ਚੱਲ ਰਹੇ ਉਹਦੇ ਵਿੱਚ। ਜੇ ਇਹ ਆ ਜਾਂਦੇ ਆ ਤਾਂ ਤੁਹਾਡੀ ਗੱਲ ਜਿਹੜੀ ਕਹੀ ਆ ਉਹ ਬਿਲਕੁਲ ਪੂਰੀ ਹੋ ਜੂ। ਜੇ ਉਹਨਾਂ ਨੇ ਸਾਡੇ ਤੇ 300-400 ਸਾਲ ਰਾਜ ਕੀਤਾ, ਤੇ ਜੇ ਸਾਡਾ ਇੱਕ ਨੁਮਾਇੰਦਾ ਉੱਥੇ 5 ਸਾਲ ਵੀ ਰਾਜ ਕਰ ਗਿਆ ਤਾਂ ਅਸੀਂ ਬਿਲਕੁਲ ਉਹੀ ਭਾਜੀ ਮੋੜਾਂਗੇ ਉਸ ਹਿਸਾਬ ਨਾਲ ਹੀ। ਗੱਲ ਤਾਂ ਉਹੀ ਹੈ। ਤੁਸੀਂ ਪੰਜਾਬੀ ਫਿਲਮਾਂ ਦੇਖੋ, ਉਹਨਾਂ 'ਚ ਜਿੰਨੇ ਵੀ ਪੰਜਾਬ ਦੇ ਲੋਕ ਜਾਂ ਪਿੰਡਾਂ ਦੇ ਲੋਕ, ਉਹਨਾਂ ਦਾ ਰੰਜਿਸ਼ ਇਹੀ ਹੁੰਦੀ ਵਿੱਚ ਫਿਲਮ ਦੇ ਵਿੱਚ ਅਦਾਕਾਰੀ ਕਰਦੇ ਆ ਯੋਗਰਾਜ ਜੀ ਵਰਗੇ, ਤਾਂ ਉਹ ਉਲਟ ਇਸੇ ਕਰਕੇ ਵੀ ਜੇ ਕੋਈ ਗੋਰਾ ਆ ਗਿਆ ਤਾਂ ਅਸੀਂ ਦੱਸਾਂਗੇ ਉਹਨਾਂ ਨੂੰ ਕਿ ਅਸੀਂ ਕਿੱਦਾਂ ਗੁਲਾਮ ਰਹੇ ਆ, ਉਹਨਾਂ ਨੂੰ ਬੋਰਡ ਦੇ ਥੱਲੇ ਅਸੀਂ ਪੂਰੇ ਵਿਛਾਵਾਂਗੇ ਔਰ ਉਹਨਾਂ ਨੂੰ ਤੌਣੀ ਲਾਵਾਂਗੇ, ਪਤਾ ਕਰਾਂਗੇ ਕਿ ਸਾਡੇ ਤੇ ਰਾਜ ਕਿੱਦਾਂ ਕਰਦੇ ਰਹੇ। ਲੋਕਾਂ ਦੇ ਮਨ 'ਚ ਅਜੇ ਇਹ ਗੱਲ ਹੈਗੀ ਆ। ਇੱਥੇ ਭਾਵੇਂ ਕੋਈ ਵੀ ਪਾਰਟੀ ਆ ਕੇ ਬਹਿ ਜਾਏ ਜਾਂ ਗਲਤ ਕੰਮ ਕਰ ਰਹੀ ਹੈ ਜਾਂ ਕੁਝ, ਉਹਨਾਂ ਨੂੰ ਇਹ ਕਹਿੰਦੇ ਇਸ ਮਿੱਟੀ ਦੇ ਜਾਏ ਤੇ ਹੈਗੇ ਆ, ਜੇ ਗਲਤ ਕੰਮ ਕਰ ਰਿਹਾ ਤਾਂ ਕੋਈ ਨਹੀਂ, ਇਹਨਾਂ ਨੂੰ ਇਹਦਾ ਸਜ਼ਾ ਭੁਗਤਣੀ ਪਊਗੀ ਆਪੇ। ਜਦੋਂ ਬਾਹਰਲਾ ਬੰਦਾ ਆ ਕੇ ਰਾਜ ਕਰਕੇ ਤੁਹਾਨੂੰ ਗੁਲਾਮ ਬਣਾ ਦਿੰਦਾ, ਉਹ ਤੁਹਾਨੂੰ ਪਾਚਨ ਸ਼ਕਤੀ ਤੋਂ ਬਾਹਰ ਨਿਕਲ ਜਾਂਦਾ। ਪਰ ਇਸ ਵੇਲੇ ਜਦੋਂ ਇਹਨਾਂ ਜੌਨਸਨ ਨੂੰ ਕਿਹਾ ਕਿ ਦੁਬਾਰਾ ਵਾਰਿਸ ਜੀ ਆ ਜਾਣਗੇ, ਉਹਨਾਂ ਨੂੰ ਅਸੀਂ ਚਾਹੁੰਦੇ ਹਾਂ ਕਿ ਉਹਨਾਂ ਨੇ ਫਿਰ ਰਾਜ ਕਰਨਾ ਚਾਹੀਦਾ, ਪਰ ਉਦੋਂ ਅਸਤੀਫਾ ਦੇ ਕੇ ਇਹਨਾਂ ਦੋਵਾਂ ਨੇ ਉਹਨਾਂ ਦਾ ਅਸਤੀਫਾ ਦਵਾਇਆ ਸੀ, ਕਿਉਂਕਿ ਉਦੋਂ ਕੱਟ ਗਏ ਸੀਗੇ, ਜਿਹਦੇ ਰਿਸ਼ੀ ਸੁਨਕ ਵੀ ਉਹਨਾਂ ਤੋਂ ਬਗਾਵਤ ਕਰ ਗਏ ਸੀ। ਇਸੇ ਕਰਕੇ ਇਹ ਦੁਬਾਰਾ ਉਹਨਾਂ ਨੂੰ ਅਸਤੀਫਾ ਦੇਣਾ ਪੈ ਗਿਆ। ਔਰ ਇਹ ਤਿਗੜੀ ਜਿਹੜੀ ਹੈ ਇਸ ਵੇਲੇ 3 ਨੇ ਇਹਦੇ ਵਿੱਚ, ਇਹਨਾਂ ਵਿੱਚ ਰਿਸ਼ੀ ਸੁਨਕ ਤੇ ਲੀਜ਼ਾ ਟ੍ਰਿਸ ਤੇ ਤੀਜੇ ਜਿਹੜੇ ਹੈਗੇ ਆਪਣੇ ਜੌਨਸਨ। ਇਹਨਾਂ ਤਿੰਨਾਂ ਦੇ ਵਿੱਚੋਂ ਵੇਖੋ ਇੱਕ ਤਾਂ ਗਿਆ, ਹਾਂਜੀ, ਇੱਕ ਉਹ ਤਾਂ ਗਈ ਗਿਆ ਨਹੀਂ, ਤੇ ਦੂਜੇ ਦੋ ਰਹਿ ਕੇ ਦੋਵਾਂ ਚੋਂ ਕੌਣ ਬਣਦਾ? ਲਿਜ਼ ਟ੍ਰਸ ਤੋਂ ਤਕਰੀਬਨ ਪੌਣੇ 2 ਮਹੀਨੇ ਜਾਂ ਸ਼ਾਇਦ 45 ਡੇਜ਼, ਡੇਢ ਮਹੀਨੇ ਦੇ ਕਰੀਬ ਕੀਤਾ, ਜ਼ਿਆਦਾ ਨਹੀਂ। ਚਲੋ ਹੋਪਫੁਲੀ ਰਿਸ਼ੀ ਸੁਨਕ ਬਣਨ ਤੇ ਅਸੀਂ ਵੀ ਕਹੀਏ ਕਿ ਦੇਖੋ ਸਾਡਾ ਭਾਰਤੀ ਰਾਜ ਕਰ ਰਹੇ ਆ, ਬ੍ਰਿਟੇਨ ਉੱਤੇ ਰਾਜ ਕਰ ਰਹੇ ਆ। ਸੋ ਆਪਾਂ ਅੱਗੇ ਵਧਦੇ ਹਾਂ। ਤੁਹਾਨੂੰ ਲੱਗਦਾ ਵੀ ਉਹ ਬਣ ਨਹੀਂ ਦੇਣਗੇ, ਕਿਉਂਕਿ ਉਹਨਾਂ ਨੂੰ ਵੀ ਪਤਾ ਹੈਗਾ, ਇਸ ਕਰਕੇ ਨਹੀਂ ਬਣ ਦੇਣਗੇ। ਉਹਨਾਂ ਨੂੰ ਪਤਾ ਕਿ ਦੂਸਰੀ ਰੇਸ ਜਿਹੜੀ ਦੂਸਰੀ ਕੌਮ ਆ, ਦੂਜੇ ਲੋਕ ਕਿਉਂ ਸਾਡੇ ਤੇ ਰਾਜ ਕਰਨੇ, ਅੰਦਰ ਤਾਂ ਉਹਨਾਂ ਦੀ ਗੱਲ ਬੈਠੀ ਹੈ। ਜੌਨਸਨ ਦਾ ਚਾਂਸਸ ਜ਼ਿਆਦਾ। ਬਿਲਕੁਲ ਸਹੀ ਗੱਲ। ਆਪਾਂ ਵੈਸੇ ਜੋ ਜਿਹਨੂੰ ਕਹਿੰਦੇ ਉਹੀ ਬਣ ਜਾਂਦਾ। ਖੜਗੇ ਸਾਹਿਬ ਦਾ ਕਿਹਾ ਕਿ ਉਹਨਾਂ ਨੇ ਬਣਨਾ, ਕਾਂਗਰਸ ਦਾ ਪ੍ਰਧਾਨ ਤਾਂ ਬਣ ਗਏ, ਹੈ ਨਾ। ਫਿਰ ਆਪਾਂ ਇਹਦੇ 'ਤੇ ਗੁਣਾ ਪਾਤਾ। ਦੇਖੋ ਆਪਾਂ ਲੋਕਾਂ ਦੀ ਰਾਏ ਲੈਂਦੇ ਹਾਂ। ਲੋਕ ਮੀਡੀਆ ਜਦੋਂ ਗੱਲ ਕਰਦਾ, ਦੇਖੋ ਚੈਨਲ ਜਦੋਂ ਗੱਲ ਕਰਦਾ, ਲੋਕ ਰਾਏ 'ਤੇ ਹੁੰਦੀ ਹੈ, ਲੋਕ ਜੋ ਚਾਹੁੰਦੇ ਉਹੀ ਅਸੀਂ ਬੋਲਦੇ। ਦੋਨੋਂ ਚੀਜ਼ਾਂ ਨੇ ਨਾ, ਕਿਉਂਕਿ ਜੋ ਅਸੀਂ ਭਾਰਤੀ ਲੋਕ ਹਾਂ, ਅਸੀਂ ਤਾਂ ਰਿਸ਼ੀ ਸੁਨਕ ਨੂੰ ਹੀ ਸਪੋਰਟ ਕਰਾਂਗੇ ਕਿ ਉਹ ਬਣਨ। ਸਾਡਾ ਆਪਣਾ ਨਾ ਉੱਥੇ ਤੁਹਾਨੂੰ ਪਤਾ ਹੀ ਹੈ, ਨਸਲੀ ਵਿਤਕਰਾ ਤਾਂ ਹੈ ਹੀ ਆ, ਰੇਸਿਜ਼ਮ ਤਾਂ ਹੈ ਹੀ ਆ, ਇਸ ਕਰਕੇ ਚਾਂਸਸ ਜੌਨਸਨ ਦੇ ਹੁੰਦੇ ਨੇ। ਖਬਰ ਪੜ੍ਹਦੇ ਨਾਲ ਇਹਦੇ ਰਿਸ਼ੀ ਸੁਨਕ ਭਾਰਤੀ ਮੂਲ ਦੇ ਭਾਰਤੀ ਲੋਕ ਨੇ, ਸ਼ਖਸੀਅਤ ਹੈ, ਸਾਡਾ ਸੀਨਾ ਚੌੜਾ ਹੋ ਜਾਂਦਾ। ਐਗਜ਼ੈਕਟਲੀ ਕਿਉਂਕਿ ਉਹ ਪਹਿਲਾਂ ਵੀ ਜਦੋਂ ਇਲੈਕਸ਼ਨਸ ਹੋ ਰਹੀਆਂ ਸੀ, ਲਿਜ਼ ਟ੍ਰਸ ਦੇ ਬਾਰੇ ਇਹੀ ਕਿਹਾ ਜਾਂਦਾ ਸੀਗਾ ਕਿ ਜੌਨਸਨ ਸਾਹਿਬ ਨੇ ਕਿਹਾ ਸੀਗਾ ਕਿ ਕੋਈ ਹੋਰ ਬਣੇ ਨਾ ਬਣੇ, ਪਰ ਰਿਸ਼ੀ ਸੁਨਕ ਨਹੀਂ ਬਣਨਾ ਚਾਹੀਦਾ। ਇਸ ਫਲੈਟਲੀ ਹੀ ਵਾਸ ਵੈਰੀ ਕਲੀਅਰ ਐਂਡ ਲਾਊਡ। ਅੰਗਰੇਜ਼ ਬੜੇ ਸਿਆਣੇ ਇਸ ਗੱਲ ਤੋਂ, ਪਤਾ ਉਹਨਾਂ ਨੂੰ, ਉਹਨਾਂ ਨੇ ਤਾਂ ਆਪ ਰਾਜ ਕੀਤਾ ਹੁੰਦੇ, ਸਾਡੇ ਤੇ ਕਿਉਂ ਗੁਲਾਮੀ ਕਰਨੀ ਦੁਬਾਰਾ। ਰਾਈਟ, ਚਲੋ ਹੁਣ ਆਪਾਂ ਅੱਗੇ ਵਧੀਏ। ਜੀ ਇਹ ਵਿਸ਼ਾ ਥੋੜ੍ਹਾ ਲੰਬਾ ਹੋ ਗਿਆ, ਇਸ ਕਰਕੇ ਹੋ ਗਿਆ ਕਿ ਆਪਾਂ ਤੇ ਉਹਨਾਂ ਨੇ ਰਾਜ ਕੀਤਾ, ਤੇ ਜਿਹੜੀ ਬਰਤਾਨਵੀ ਜਿਹੜੀ ਹਕੂਮਤ ਆ ਉਹਦੇ ਤੇ ਜਦੋਂ ਅਸੀਂ ਬੋਲਦੇ ਹਾਂ, ਅਸੀਂ ਆਪਣੇ ਤਰੀਕੇ ਨਾਲ ਬੋਲਦੇ ਹਾਂ, ਕਿਉਂਕਿ ਸਾਨੂੰ ਪਤਾ ਕਿ ਅਸੀਂ ਗੁਲਾਮ ਰਹੇ ਉਹਨਾਂ ਦੇ। ਕੋਈ ਗੱਲ ਨਹੀਂ, ਆਪਾਂ ਹੁਣ ਅੱਗੇ ਵਧੀਏ ਜੀ। ਸੋ ਆਜ਼ਾਦ ਵੀ ਹੋ ਗਏ ਆ ਨਾ ਹੁਣ, ਆਜ਼ਾਦੀ ਦੇ ਮਾਹੌਲ ਦੇ ਵਿੱਚ, ਆਜ਼ਾਦੀ ਦੀ ਸੋਚ ਦੇ ਨਾਲ ਅੱਗੇ ਵਧਦੇ ਹਾਂ। ਦੇਖੋ ਇੱਕ ਮੁੱਦਾ ਹੁੰਦਾ ਹੈ ਕਿ ਤੁਹਾਡੇ ਘਰ ਰੋਟੀ ਬਣੀ ਕਿ ਨਹੀਂ ਬਣੀ। ਜੇ ਨਹੀਂ ਬਣੀ ਤਾਂ ਕਿਉਂ ਨਹੀਂ ਬਣੀ, ਉਹਦੇ ਬਾਰੇ ਡਿਸਕਸ ਕਰੋ। ਗਰੀਬੀ ਹੈ ਜਾਂ ਕੋਈ ਹੋਰ ਕਾਰਨ ਸੀ, ਕੋਈ ਬਣਾਉਣ ਵਾਲਾ ਨਹੀਂ ਸੀ, ਸਮਾਨ ਨਹੀਂ ਸੀ, ਰੋਟੀ ਨਹੀਂ ਬਣੀ ਤੇ ਕਿਉਂ ਨਹੀਂ ਬਣੀ, ਇੱਕ ਮੁੱਦਾ ਹੈ। ਕਹਿੰਦੇ ਇਹ ਨਹੀਂ ਡਿਸਕਸ ਕਰਨਾ, ਇਹ ਤਾਂ ਡਿਸਕਸ ਹੀ ਨਹੀਂ ਕਰਨਾ, ਇਹ ਮੁੱਦਾ ਨਹੀਂ। ਮੁੱਦਾ ਇਹ ਹੈ ਤੁਹਾਨੂੰ ਭੁੱਖ ਕਿਉਂ ਲੱਗੀ ਹੈ, ਦੱਸੋ। ਹੁਣ ਇਹ ਕੋਈ ਮੁੱਦਾ ਹੈ? ਭੁੱਖ ਤਾਂ ਲੱਗਣੀ ਹੈ, ਕੁਦਰਤੀ ਫਿਨੋਮੀਨਾ ਹੈ, ਪਿਆਸ ਵੀ ਲੱਗਣੀ ਹੈ, ਪਰ ਇੱਥੇ ਇਹੀ ਮਕਸਦ ਹੈ ਕਿ ਰੋਟੀ ਨਹੀਂ ਬਣੀ, ਉਹ ਦੈਟਸ ਓਕੇ, ਭੁੱਖ ਕਿਉਂ ਲੱਗੀ ਆਹ ਦੱਸੋ। ਡਾਲਰ ਦੇ ਮੁਕਾਬਲੇ ਰੁਪਈਆ ਹੋਰ ਥੱਲੇ ਚਲਾ ਗਿਆ। ਹੁਣ RBI ਨੇ ਆ ਕੇ ਦਖਲ ਦਿੱਤਾ ਹੈ, ਥੋੜਾ ਸੰਭਾਲਿਆ ਉਹਨੂੰ, ਤੇ ਮੈਨੇਜਮੈਂਟ ਦੀ ਜਿਹੜੀ ਇਹਨਾਂ ਦੀ ਸਟੇਟਮੈਂਟ ਹੈ ਇਕਨੋਮਿਕਸ ਦੀ, ਉਹ ਇਹੀ ਹੈ ਕਿ ਡਾਲਰ ਮਜ਼ਬੂਤ ਹੋ ਰਿਹਾ ਹੈ,
ਪੈਸਾ ਤਾਂ ਰੁਪਈਆ ਤਾਂ ਉੱਥੇ ਹੀ ਖੜਾ ਹੈ। ਇਸ ਕਰਕੇ ਜਦੋਂ ਉਹ ਮਜ਼ਬੂਤ ਹੋ ਰਿਹਾ ਤੇ ਅਸੀਂ ਤੇ ਆਪਣੇ ਆਪ ਕਮਜ਼ੋਰ ਹੋਣਾ। ਇਹ ਪਤਾ ਨਹੀਂ ਕਿੱਦਾਂ ਦੀ ਇਕਨੋਮਿਕ ਮੈਨੇਜਮੈਂਟ ਹੈ। ਅਸੀਂ ਇਹ ਪਿੱਛੇ ਵੀ ਡਿਸਕਸ ਕੀਤਾ ਸੀ, ਇਟਸ ਅ ਵੰਡਰਫੁਲ ਇਕਨੋਮਿਕਸ। ਸ਼ਾਇਦ ਅੱਜ ਤੋਂ ਪਹਿਲਾਂ ਇਦਾਂ ਦੀਆਂ ਦਲੀਲਾਂ ਕਦੀ ਵੀ ਨਹੀਂ ਆਈਆਂ ਹੋਣਗੀਆਂ। ਬਟ ਕਈ ਵਾਰ ਮੈਂ ਫੀਲ ਕਰਦਾ, ਭਾਰਤ ਹੀ ਨਹੀਂ ਬਲਕਿ ਪੂਰੀ ਦੁਨੀਆ 'ਚ ਹੀ ਮੈਂ ਕਈ ਵਾਰ ਜਦੋਂ ਸਟੱਡੀ ਕਰੀ ਨਾ ਇਕਨੋਮਿਕਸ ਨੂੰ, ਤਾਂ ਇਹੀ ਲੱਗਦਾ ਕਿ ਦੇ ਹੈਵ ਕਰਪਟਡ ਦੀ ਪਿਓਰ ਸਾਇੰਸ ਆਫ ਇਕਨੋਮਿਕਸ। ਇਕਨੋਮਿਕਸ ਸਾਨੂੰ ਇਹ ਸਿਖਾਉਂਦੀ ਹੈ ਕਿ ਕੁਦਰਤੀ ਸਾਧਨ ਸਾਡੇ ਬਿਲਕੁਲ ਸੀਮਤ ਨੇ, ਥੋੜ੍ਹੇ ਨੇ, ਉਹਨਾਂ ਦਾ ਵੰਡ ਕਿਵੇਂ ਕਰਨੀ ਤਾਂ ਕਿ ਸਭ ਨੂੰ ਬਰਾਬਰ ਫਾਇਦਾ ਮਿਲ ਸਕੇ। ਕੁਦਰਤ ਸਭ ਦੇ ਵਾਸਤੇ ਬਰਾਬਰ ਚੀਜ਼ਾਂ ਦਿੰਦੀ ਹੈ, ਪਰ ਇੱਥੇ ਗਲਬਾ ਮਾਰ ਕੇ ਬਹਿ ਜਾਂਦੇ ਨੇ ਨਾ ਲੋਕ, ਦੂਜੇ ਨੂੰ ਦੇਣ ਨਹੀਂ ਦਿੰਦੇ। ਤਾਂ ਇਸੇ ਦੀਆਂ ਸਾਰੀਆਂ ਕਾਰਵਾਈਆਂ ਦਾ ਨਤੀਜਾ ਇਹ ਨਿਕਲਦਾ ਹੈ ਕਿ ਕਿਤੋਂ ਦਾ ਪੈਸਾ ਮਜ਼ਬੂਤ, ਕਿਸੇ ਦਾ ਪੈਸਾ ਕਮਜ਼ੋਰ। ਇਹੀ ਡਾਲਰ ਦੇ ਮੁਕਾਬਲੇ ਸਾਡਾ ਭਾਰਤ ਦਾ ਰੁਪਈਆ ਕਮਜ਼ੋਰ, ਰੀਜ਼ਨ ਵਿੱਚੋਂ ਇਹੀ ਨਿਕਲਣਗੇ। ਹਾਂ, ਇਹ ਮਸਲਾ ਬੜੀ ਦੇਰ ਤੋਂ ਲਮਕਦਾ ਚੱਲਦਾ ਆ ਰਿਹਾ, ਕਿਉਂਕਿ ਇਹ ਵਿਸ਼ਵ ਦੀ ਗੱਲ ਹੈ, ਉਹ ਕਿਸੇ ਇੰਡੀਆ ਦੀ ਇਕੱਲੇ ਦੀ ਗੱਲ ਨਹੀਂ। ਪਰ ਜਦੋਂ ਡਾਲਰ ਉੱਪਰਲੀ ਸਿਖਰਾਂ ਨੂੰ ਛੂੰਹਦਾ, ਉਹਦਾ ਇਫੈਕਟ, ਉਹਦਾ ਪ੍ਰਭਾਵ ਤੇ ਇੰਡੀਆ 'ਤੇ ਪੈਣਾ। ਔਰ ਉਹਦਾ ਪ੍ਰਭਾਵ ਜਦੋਂ ਪੈ ਗਿਆ, ਹੁਣ ਇਹ 83 ਤੋਂ 75 ਤੋਂ 83.75 'ਤੇ ਸੀ। ਉਦੋਂ ਬਾਅਦ ਜਦੋਂ ਇਹਨਾਂ ਦਖਲਅੰਦਾਜ਼ੀ ਕੀਤੀ ਹੈ 83.29 ਰਿਹਾ। ਥੋੜ੍ਹਾ ਜਿਹਾ RBI ਦੇ ਦਖਲਅੰਦਾਜ਼ੀ ਨਾਲ ਥੋੜ੍ਹਾ ਬਹੁਤ ਥੱਲੇ ਆਇਆ, ਪਰ ਇਹਦੇ ਨਾਲ ਬਾਕੀ ਚੀਜ਼ਾਂ 'ਤੇ ਬਹੁਤ ਅਸਰ ਰਿਹਾ, ਕਿਉਂਕਿ ਕੱਚਾ ਤੇਲ ਜਿਹੜਾ ਵਿਸ਼ਵ 'ਚ ਆ ਰਿਹਾ ਉਹ ਵੀ ਮਹਿੰਗਾ ਹੋਇਆ। ਮਹਿੰਗਾ ਹੋਣ ਨਾਲ ਜਿਹੜਾ ਦਾ ਪ੍ਰਭਾਵ ਤਾਂ ਪਾਏਗਾ ਡਾਲਰ 'ਤੇ, ਪਰ ਡਾਲਰ ਤਾਂ ਉਹਨਾਂ ਦਾ ਮਹਿੰਗਾ ਹੋ ਰਿਹਾ। ਇਹਨਾਂ ਨੇ ਕਿਹਾ ਇਹ ਗੱਲ ਮੰਨ ਗਏ ਕਿ ਡਾਲਰ ਮਜ਼ਬੂਤ ਆ, ਡਾਲਰ ਦਾ ਮਜ਼ਬੂਤ ਆ ਹੋਣਾ ਜਿਹੜਾ ਲਾਜ਼ਮੀ ਹੈ, ਕਿਉਂਕਿ ਵਿਸ਼ਵ ਦੀ ਜਿਹੜੀ ਇੱਕ ਪੂਰੀ ਮਾਰਕੀਟ ਆ, ਲੀਡਿੰਗ ਕਰੰਸੀ ਹੈ, ਸਾਰੀ ਟ੍ਰਾਂਜੈਕਸ਼ਨ ਡਾਲਰ 'ਚ ਉਹਨਾਂ ਦੇ ਹੱਥ 'ਚ ਆ ਵਿਸ਼ਵ ਦੀ। ਜੀ ਬਿਲਕੁਲ ਸਹੀ ਗੱਲ ਹੈ। ਔਰ ਉਹਦੇ 'ਚ ਇਹਨਾਂ ਨੇ ਕਿਹਾ ਕਿ ਇਹਦੇ 'ਚ ਪਰ ਰੁਪਈਏ ਨੂੰ ਕੋਈ ਇੱਦਾਂ ਦੀ ਗੱਲ ਨਹੀਂ, ਪਰ ਜਦੋਂ ਕਿ ਰੁਪਈਆ ਲੜਖੜਾ ਗਿਆ, ਰੁਪਈਆ ਹਿੱਲ ਗਿਆ, ਰੁਪਈਏ 'ਚ ਜਦੋਂ ਮਲਟੀਪਲਾਈ ਹੋਊਗਾ, ਡਾਲਰ ਮਲਟੀਪਲਾਈ ਹੋ ਗਿਆ, ਤੁਸੀਂ ਵਰਤੋਗੇ ਇੰਡੀਆ ਜਾ ਕੇ, ਤੇ ਉਹ ਤੁਹਾਨੂੰ ਇੱਕ ਡਾਲਰ ਦੇ 83.75 ਦਾ ਜਾਊਗਾ ਨਾ ਇਹਦੇ 'ਚ। ਪਰ ਜਦੋਂ ਤੁਹਾਡੇ 'ਚ ਬਾਕੀ ਉੱਥੇ ਤੁਸੀਂ ਆਪਣਾ ਰੁਪਈਆ ਵਰਤੋਗੇ, ਜਦੋਂ ਤੁਸੀਂ ਉਹਦੇ ਤੋਂ ਮਲਟੀਪਲਾਈ ਕਰੋਗੇ, ਡਾਲਰ ਲਾਓਗੇ, ਤਾਂ ਡਾਲਰ ਤੁਹਾਨੂੰ ਉਹਦੇ 'ਚ ਬਹੁਤ ਘੱਟ ਹੋਊਗਾ। ਇਸ ਕਰਕੇ ਆਊਗਾ ਕਿ ਤੁਹਾਡੇ ਬੱਚੇ ਲੈਣਾ ਪਊਗਾ। ਬੱਚੇ ਪੜ੍ਹ ਰਹੇ ਤੁਹਾਡੇ, ਕੈਨੇਡਾ ਜਾਣਗੇ ਬੱਚੇ, ਫੀਸ ਦੇਣਗੇ ਬੱਚੇ, ਉਹਦੇ 'ਚ ਤੁਹਾਡਾ ਵੈਸੀ ਦੀ ਫੀਸ ਹੋਊਗੀ। ਜਦੋਂ ਡਾਲਰ ਨੂੰ ਮਲਟੀਪਲਾਈ ਕਰੋਗੇ ਤਾਂ ਪ੍ਰਭਾਵ ਪਊਗਾ। ਤੁਹਾਡਾ ਫਿਰ ਰੁਪਈਆ ਮਜ਼ਬੂਤ ਕੀ ਹੋਇਆ? ਡਾਲਰ ਮਹਿੰਗਾ ਤਾਂ ਹੈ ਹੀ ਹੈ। ਦੇਖੋ, ਪਾਉਂਡ ਮਹਿੰਗਾ ਹੁੰਦਾ, ਪਾਉਂਡ ਸਾਰੀ ਦੁਨੀਆ 'ਚ ਸਭ ਤੋਂ ਉੱਪਰ ਆ ਪਾਉਂਡ, ਅਤੇ ਪਾਉਂਡ ਦਾ ਜਿਹੜਾ ਸਾਰਾ ਪ੍ਰਭਾਵ ਜਿਹੜਾ ਹੋਊਗਾ ਉਹ ਇੰਗਲੈਂਡ, ਬਰਤਾਨੀਆ ਜਿਹਦੀ ਆਪਾਂ ਹੁਣ ਡਿਸਕਸ ਕਰੇ, ਉਹਨਾਂ ਨੂੰ ਜਾਣਾ, ਉਹਨਾਂ ਦੀ ਅਰਥ ਵਿਵਸਥਾ ਮਜ਼ਬੂਤ ਹੋਣੀ ਹੈ। ਜਾਣੇ ਕਿ ਗੱਲ ਇਹ ਹੈ ਕਿ ਕੁਝ ਖਰੀਦੋ, ਇੰਪੋਰਟ ਕਰੋ, ਜਾਂ ਭੇਜੋ, ਵੇਚੋ, ਐਕਸਪੋਰਟ ਕਰੋ। ਇੰਪੋਰਟ ਐਕਸਪੋਰਟ ਦੋਵਾਂ ਦੇ ਉੱਤੇ ਸਾਨੂੰ ਜ਼ਿਆਦਾ ਵੇਟ ਪਏਗਾ, ਕਿਉਂਕਿ ਜਦੋਂ ਪੈਸੇ ਕਮਾਉਣੇ ਨੇ ਉਦੋਂ ਸਾਨੂੰ ਘੱਟ ਮਿਲਣਗੇ, ਜਦੋਂ ਪੇਮੈਂਟ ਕਰਨੀ ਹੈ ਉਦੋਂ ਸਾਨੂੰ ਵੱਧ ਦੇਣੀ ਪੈਣੀ ਹੈ, ਕਿਉਂਕਿ ਇਹੀ ਬੈਲੈਂਸ ਆਫ ਪੇਮੈਂਟਸ ਜਦੋਂ ਵਿਗੜਦੇ ਨੇ, ਇਕਨੋਮਿਕਸ ਦਾ ਜਿਹੜਾ ਸਾਰਾ ਰਹਿੰਦਾ ਹੈ ਦਾਰੋਮਦਾਰ, ਬਣਤਰ ਤਾਂ ਟੁੱਟ ਜਾਂਦੀ ਹੈ, ਬਣਤਰ ਟੁੱਟਦੀ ਹੈ ਔਰ ਸਾਰਾ ਕੁਝ। ਹੁਣ ਵੈਸੇ ਇਹਨਾਂ ਨੇ ਪਹਿਲਾਂ ਸਟੇਟਮੈਂਟ ਦਿੱਤੀ, ਜਿਹੜੇ ਵਿੱਤ ਮੰਤਰੀ ਨੇ ਕੇਂਦਰ ਦੇ, ਉਹਨਾਂ ਨੇ ਕਿਹਾ ਸੀਗਾ ਕਿ ਇਹਦੇ 'ਚ ਕੋਈ ਇੱਦਾਂ ਦੀ ਗੱਲ ਨਹੀਂ, ਮਹਿੰਗਾਈ ਨਹੀਂ ਵਧੀ ਜਿੰਨਾ ਕੁ ਲੋਕ ਬਾਹਰਲੇ ਦੇਸ਼ਾਂ 'ਚ ਮਹਿੰਗਾਈ ਹੈ, ਇੰਡੀਆ 'ਚ ਨਹੀਂ ਹੈਗੀ। ਜਦੋਂ ਕਿ ਅਰਥ ਸ਼ਾਸਤਰੀ ਜਿਹੜੇ ਇੱਥੋਂ ਦੇ ਫਿਲਾਸਫਰ ਆ, ਜਿਹੜੇ ਬੈਠੇ ਨੇ ਇੱਥੇ ਯੂਨੀਵਰਸਿਟੀਆਂ 'ਚ ਬੈਠੇ ਆ, ਉਹ ਖਾਸ ਤੌਰ 'ਤੇ ਆਂਦੇ ਕਿ ਮਹਿੰਗਾਈ ਪੂਰੇ ਜ਼ੋਰਾਂ 'ਤੇ ਹੈਗੀ ਆ, ਹਰ ਚੀਜ਼ ਬਿਲਕੁਲ ਹੈਗੀ ਆ। ਪਰ ਅਸੀਂ ਕੰਪੈਰੇਟਿਵਲੀ ਜੇ ਅਸੀਂ ਬਾਹਰਲੇ ਦੇਸ਼ਾਂ ਨਾਲ ਉਹਨਾਂ ਦੀ ਗੱਲ ਰੀਸ ਕਰੀਏ ਤਾਂ ਗੱਲ ਬਹੁਤ ਦੂਰ ਦੀ ਗੱਲ। ਤੁਸੀਂ ਇੱਕ ਦੇਖੋ ਬਲਕਾਰ ਜੀ, ਜਦੋਂ 2014 ਦੇ ਵਿੱਚ ਨਵੀਂ ਸਰਕਾਰ ਬਣਦੀ ਹੈ, ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਜਦੋਂ ਸੰਭਾਲਦੇ ਨੇ 2014 ਦੇ ਵਿੱਚ ਪ੍ਰਾਈਮ ਮਿਨਿਸਟਰਸ਼ਿਪ, ਉਦੋਂ ਸਾਡੀ ਜਿਹੜਾ ਕਰੰਸੀ ਹੈ 54 ਰੁਪਏ ਦੇ ਕਰੀਬ, 1 ਡਾਲਰ ਬਰਾਬਰ ਹੈ 54 ਰੁਪਏ ਦੇ ਕਰੀਬ ਹੈ, ਔਰ ਇਸ ਵਕਤ 82-83, ਔਰ ਕਿੱਥੇ ਯਾਨੀ ਤਕਰੀਬਨ 30 ਰੁਪਏ 28 ਰੁਪਏ, ਇੰਨਾ ਫਰਕ ਪੈ ਗਿਆ, ਲਗਾਤਾਰ ਵੱਧ ਰਿਹਾ। ਔਰ ਇਹਦੇ 'ਚ ਤੁਹਾਨੂੰ ਨਹੀਂ ਲੱਗਦਾ ਕਿ ਗਰੀਬੀ ਵੀ ਵੱਧ ਰਹੀ ਹੈ ਤੇ ਮਹਿੰਗਾਈ ਵੀ ਵੱਧ ਰਹੀ ਹੈ? ਇਹਦੇ ਨਾਲ ਪਤਾ ਕੀ ਹੋ ਗਿਆ, ਇਹਦੇ ਨਾਲ ਜਿਹੜੀ ਸਾਡੀ ਕੰਜ਼ੰਪਸ਼ਨ, ਜਿਹੜੀਆਂ ਚੀਜ਼ਾਂ ਸਾਡੀ ਇੱਥੇ ਇੰਡਸਟਰੀ ਦੀਆਂ ਬਣ ਰਹੀਆਂ, ਉਹਨਾਂ ਦੇ ਰੇਟ ਗਏ ਘੱਟ, ਪ੍ਰਾਪਰਟੀ ਦੇ ਰੇਟ ਘੱਟ ਗਏ। ਅੱਜ ਜੇ ਜ਼ਮੀਨ ਜਿਹੜੀ 1 ਏਕੜ ਕਿੱਲਾ ਤੁਸੀਂ ਖਰੀਦੋਗੇ, ਉਹ 40 ਲੱਖ ਵਾਲਾ 20 'ਚ ਆ ਗਿਆ, 15 'ਚ ਆ ਗਿਆ। ਔਰ ਉਹਦਾ ਇਹ ਪ੍ਰਭਾਵ ਇਹਦਾ ਇਹੀ ਹੋ ਗਿਆ ਕਿ NRI ਪੈਸਾ ਨਹੀਂ ਇੱਥੇ ਖਰਚ ਰਹੇ। NRI ਉਦੋਂ ਖਰਚੇਗਾ ਨਾ ਜਦੋਂ ਪੋਲੀਟੀਕਲ ਸਟੇਬਿਲਿਟੀ ਹੋਏਗੀ। ਇਸ ਕਰਕੇ ਜਦੋਂ ਸਟੇਬਿਲਿਟੀ ਨਹੀਂ ਹੈ, ਕਿਉਂ ਇਨਵੈਸਟ ਕਰੇਗਾ? ਔਰ ਤੁਹਾਡੀ ਜੇਬ 'ਚ ਪੈਸੇ ਘੱਟ ਨੇ, ਜ਼ਿਆਦਾ ਖਰਚਾ ਤੁਹਾਡਾ ਰੋਟੀ ਤੇ ਹੁੰਦਾ, ਆਪਣੇ ਆਪ ਨੂੰ ਜਿਉਂਦੇ ਰੱਖਣ ਵਾਸਤੇ, ਸਰਵਾਈਵ ਕਰਨ ਵਾਸਤੇ ਰੋਟੀ ਖਰੀਦਣੀ ਹੈ, ਰੋਟੀ ਬੇਸਿਕ ਹੈ, ਤੁਸੀਂ ਉਹਦੇ ਉੱਤੇ ਜ਼ਿਆਦਾ ਖਰਚ ਕਰਦੇ ਹੋ ਤੇ ਬਾਕੀ ਚੀਜ਼ਾਂ ਵਾਸਤੇ ਤੁਹਾਡੇ ਕੋਲ ਪੈਸਾ ਬਚਦਾ ਹੀ ਨਹੀਂ। ਜੇ ਪੈਸਾ ਨਹੀਂ ਬਚਦਾ, ਤੁਹਾਡੀ ਡਿਮਾਂਡ ਘਟ ਗਈ, ਤਾਂ ਪ੍ਰੋਡਕਸ਼ਨ ਕੀ ਕਰਨੀ ਹੈ ਕੰਪਨੀਆਂ ਨੇ? ਜਦੋਂ ਪ੍ਰੋਡਕਸ਼ਨ ਬੰਦ ਹੋ ਗਈ ਤੇ ਆਪਣੇ ਆਪ ਲੋਕਾਂ ਦੀਆਂ ਜੌਬਸ ਚਲੀਆਂ ਜਾਣਗੀਆਂ। ਹੁਣ GST ਲੱਗ ਗਿਆ ਇੱਥੇ। GST ਦਾ ਮਤਲਬ ਹੈਗਾ ਕਿ ਜਿਹੜੀ ਇੰਡਸਟਰੀ ਦੇ ਪ੍ਰੋਡਕਟ ਹੈਗੀਆਂ ਉਹਨਾਂ 'ਤੇ ਪਹਿਲਾਂ ਟੈਕਸ ਲੱਗ ਰਿਹਾ, ਤੇ ਜਦੋਂ ਕਿ ਪੰਜਾਬ 'ਚ ਇੰਡਸਟਰੀ ਹੈ ਨਹੀਂ, ਪੈਸਾ ਕਿੰਨਾ ਖਿੱਚੋਗੇ? ਦੇਖੋ
ਕਰਕੇ ਜਿਹੜਾ ਇੰਡਸਟਰੀ ਜਿਹੜੀ ਕਾਟਨ ਇੰਡਸਟਰੀ ਖਤਮ ਹੋ ਗਈ, ਸਾਰੀ ਔਰ ਇੰਡਸਟਰੀ ਜਾ ਟੈਕਸ ਚੁੱਕੀ ਜਿਹੜਾ ਹੈ। ਇੱਥੇ ਜ਼ਿਆਦਾ ਲੱਗਾ ਹੈਗਾ। ਹਰਿਆਣਾ ਕੋਈ ਟੈਕਸ ਘੱਟ ਸੀ, ਹਿਮਾਚਲ 'ਚ ਵੀ ਟੈਕਸ ਘੱਟ ਸੀਗਾ। ਬਾਦਲ ਸਰਕਾਰ ਦੇ ਟਾਈਮ 'ਤੇ ਸਾਰੀ ਇੰਡਸਟਰੀ ਸ਼ਿਫਟ ਹੋ ਗਈ, GST ਟੈਕਸ ਲੱਗ ਗਿਆ, ਔਰ ਉਹਦੇ ਤੋਂ ਬਾਅਦ ਕਿੰਨੇ ਟੈਕਸ ਲੱਗੇ ਆ। ਔਰ ਉਹਨਾਂ ਦੇਖੋ ਗੱਲ ਇਹ ਹੈ ਕਿ ਜਦੋਂ ਪ੍ਰੋਡਕਸ਼ਨ ਨਹੀਂ ਹੈ, ਸੇਲ ਨਹੀਂ ਹੈ, ਤਾਂ ਫਿਰ ਜਿੰਨੀ ਕੁ ਵਿਕਰੀ ਹੈਗੀ ਉਹਦੇ ਉੱਤੇ ਟੈਕਸ ਵਧਾ ਕੇ ਤੁਸੀਂ ਖਜ਼ਾਨਾ ਭਰਨਾ ਚਾਹੁੰਦੇ ਹੋ ਸਰਕਾਰ ਦਾ, ਤੇ ਉਹਦੇ ਉੱਤੇ ਦੇਸ਼ ਚਲਾਉਣਾ ਚਾਹੁੰਦੇ ਹੋ, ਤੇ ਫਿਰ ਖਿੱਚਿਆ ਤਾਂ ਤੁਸੀਂ ਪਬਲਿਕ ਕੋਲੋਂ ਹੀ, ਤੇ ਪਬਲਿਕ ਕੋਲ ਕਿੰਨਾ ਕੁ ਬਚਿਆ ਹੋਇਆ, ਕਿੰਨਾ ਕੁ ਦੇ ਦੇਗੀ, ਕਿੰਨਾ ਕੁ ਟੈਕਸ ਪੇ ਕਰੀ ਜਾਏਗੀ। ਸੋ ਇਹ ਕੋਈ ਹੋਰ ਚੀਜ਼ਾਂ ਜਿਹੜੀਆਂ ਨੇ ਨਾ, ਕੋਈ ਹੋਰ ਮੈਥਡਸ ਕੱਢਣੇ ਪੈਣਗੇ। ਬੜੇ ਸਿਆਣੇ ਬੰਦੇ ਬੈਠੇ ਨੇ, ਡਾਕਟਰ ਮਨਮੋਹਨ ਸਿੰਘ ਜੀ ਵਰਗੇ ਸਿਆਣੇ ਬੰਦੇ ਬੈਠੇ ਨੇ, ਜੋ ਅਰਥ ਵਿਵਸਥਾ ਦੇ ਵਿੱਚ ਨਵੀਆਂ ਚੀਜ਼ਾਂ ਮਿਰੈਕਲਸ ਖੜੇ ਕਰ ਸਕਦੇ ਨੇ, ਕਮਾਲ ਕਰ ਸਕਦੇ ਨੇ। ਜੇ ਉਹਨਾਂ ਦੀ ਸਲਾਹ ਲੈਣ ਤਾਂ ਹੁਣ ਆਪਣੇ ਆਪ ਤੇ ਨਹੀਂ ਉਹ ਬੋਲਣਗੇ, ਬਿਲਕੁਲ ਸਹੀ ਗੱਲ ਹੈ, ਜਾਂ ਕੋਈ ਮਸ਼ਵਰਾ ਲੈਣਗੇ। ਇਸ ਵਕਤ ਸਾਰਿਆਂ ਨੂੰ ਚਾਹੀਦਾ ਜਿਹੜੇ ਵੱਡੇ ਵੱਡੇ ਸਿਆਣੇ ਦਿਮਾਗ ਦੇ ਇਕਨੋਮਿਸਟ ਬੈਠੇ ਨੇ, ਉੱਠ ਕੇ ਖੜੇ ਹੋਣ, ਇਹ ਸੰਭਾਲਣ ਅਰਥ ਵਿਵਸਥਾ ਨੂੰ। ਇਹ ਬੜੀ ਨਾਜ਼ੁਕ ਸਥਿਤੀ ਹੈ, ਔਰ ਗੱਲਾਂ ਦਾ ਕੜਾ ਬਣਾ ਕੇ ਜਿਹੜਾ ਖਵਾਈ ਜਾਂਦੇ ਨੇ ਨਾ ਲੋਕਾਂ ਨੂੰ। ਘਾਟਾ ਪਤਾ ਕਿਹਨਾਂ ਨੂੰ ਪੈਣਾ? ਘਾਟਾ ਉਹਨਾਂ ਨੂੰ ਪੈਣਾ ਜਿਹੜੇ ਪੰਜਾਬ ਦੇ ਵਸਨੀਕ ਹੈ, ਹਿੰਦੁਸਤਾਨ ਦੇ ਵਸਨੀਕ ਹੈ, ਜਿਹੜੇ ਪ੍ਰਵਾਸੀ ਭਾਰਤੀ, ਉਹਨਾਂ ਨੂੰ ਕੋਈ ਘਾਟਾ ਨਹੀਂਗਾ। ਜੇ ਆਉਣਗੇ ਸਗੋਂ ਇੰਡੀਆ 'ਚ ਆਉਣਗੇ, ਜਾਂ ਚੀਜ਼ਾਂ ਖਰੀਦਦੇ ਆ, ਸਮਾਨ ਖਰੀਦਦੇ ਆ, ਜਾਂ ਉਹਦੇ 'ਚ ਜ਼ਮੀਨ ਖਰੀਦਦੇ ਆ, ਫਾਇਦਾ ਉਹਨਾਂ ਨੂੰ ਪੱਕਾ ਹੋਊਗਾ। ਉਹ ਜਿਹੜੇ ਭੁੱਖ ਨਾਲੋਂ, ਕੰਗਾਲੀ ਨਾਲੋਂ ਵਿਚਾਰੇ ਨਿਪਟਣਗੇ, ਜਿਹੜੇ ਲੋਕ ਇੱਥੇ ਰਹਿ ਰਹੇ ਆ। ਇਸ ਕਰਕੇ ਰਹਿਣਗੇ, ਇਸ ਕਰਕੇ ਰਹਿਣਗੇ ਕਿਉਂਕਿ ਹੁਣ ਸਾਡੇ ਵਿੱਤ ਮੰਤਰੀ ਸਾਰੇ ਕਹਿ ਰਹੇ ਆ, ਅਰਥਸ਼ਾਸਤਰੀ ਤਾਂ ਇਸ ਗੱਲ 'ਤੇ ਉਹਨਾਂ ਨੂੰ ਪਤਾ ਨੁਕਸਾਨ ਹੋ ਰਿਹਾ, ਪਰ ਜਦੋਂ ਉਹ ਕਹਿ ਜਾਂਦੇ ਆ, ਉਹਨਾਂ ਨੇ ਇਸ ਕਰਕੇ ਕਹਿਣਾ ਕਿ ਉਹਨਾਂ ਦੀ ਇਸ ਵੇਲੇ ਸਾਰੀ ਸਰਕਾਰ ਆ, ਔਰ ਉਹਨਾਂ ਨੇ ਆਪਣੀ ਸਰਕਾਰ ਦਾ ਸਭ ਕੁਝ ਪਲੜਾ ਕੇ ਭਾਰਾ ਰੱਖਣਾ ਕਿ ਇਸ ਵੇਲੇ ਜੋ ਅਸੀਂ ਕਰ ਰਹੇ ਹਾਂ ਇਹਦਾ 'ਚ ਕੋਈ ਨੁਕਸਾਨ ਨਹੀਂ ਲੋਕਾਂ ਦਾ, ਤਾਂ ਕਿ ਲੋਕ ਪੜ੍ਹ ਲੱਗੇ। ਲੋਕਾਂ ਨੂੰ ਪਤਾ, ਇਕਨੋਮਿਕਸ ਪੜ੍ਹੀ ਲੋਕਾਂ ਨੇ, ਉਹਨਾਂ ਨੂੰ ਪਤਾ ਕਿ ਕਿਸ ਭਾਅ ਵਿਕ ਰਹੀ ਹੈ ਔਰ ਕਿਸ ਭਾਅ ਅੱਗੇ ਚੱਲਣਾ ਕੰਮ। ਉਹੀ ਕਹਿ ਰਹੇ ਆ, ਜਿੱਦਾਂ ਅਸੀਂ ਪੰਜਾਬੀ 'ਚ ਕਹਿੰਦੇ ਆ ਨਾ ਕਿ ਗੱਲਾਂ ਦਾ ਕੜਾ ਬਣਾ ਕੇ ਸਾਰਾ ਖਵਾਈ ਜਾਂਦੇ ਨੇ, ਉਹਦੇ ਨਾਲ ਸਵਾਦ ਥੋੜਾ ਹੋਣਾ, ਸਵਾਦ ਤਾਂ ਅਸਲੀ ਕੜਾ ਨਾਲ ਹੀ ਹੋਣਾ। ਪਰ ਕਾਂਗਰਸ ਸਰਕਾਰ ਮੰਨਦੀ ਸੀ ਉਦੋਂ, ਕਿਉਂਕਿ ਉਹ ਜਦੋਂ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਸੀ, ਉਹ ਮੰਨਦੇ ਵੀ ਇੰਨਾ ਡਾਊਨ ਚਲੇ ਗਿਆ, ਇੰਨਾ ਸਾਡੀ ਡਾਊਨ ਚਲੇ ਗਿਆ, ਉਹ ਰੇਸ਼ੋ ਜਾਂਦੀ ਸੀ ਪੂਰੀ। ਪਰ ਇਹਨਾਂ ਨੇ ਨਹੀਂ ਮੰਨਿਆ, ਇਹਨਾਂ ਨੇ ਕਿਹਾ ਕਿ ਨਹੀਂ, ਸਾਨੂੰ ਕੋਈ ਇਹਦਾ ਨਹੀਂ ਪ੍ਰੋਬਲਮ, ਸਾਡੇ 'ਤੇ ਕੋਈ ਪ੍ਰਭਾਵ ਨਹੀਂ ਪਿਆ, ਜਦੋਂ ਕਿ ਬਹੁਤ ਜ਼ਿਆਦਾ ਪਿਆ। ਤੁਸੀਂ ਹੁਣ ਦੱਸਿਆ ਵੀ 28 ਤੋਂ ਉੱਤੇ ਪੈ ਗਿਆ, 2014 ਤੋਂ ਲੈ ਕੇ 22 ਤੱਕ ਹੁਣ ਜਿਹੜਾ 28 ਰੁਪਏ ਦਾ ਵਕਫਾ ਪੈ ਗਿਆ, ਇਹਦੇ 'ਤੇ ਕਿਹੜਾ ਹੋਊਗਾ? ਤੁਹਾਡੀ ਇਕਨੋਮੀ 'ਤੇ ਬਹੁਤ ਵੱਡੀ ਭਾਰੀ ਸੱਟ, ਬਹੁਤ ਵੱਡੀ ਪੈ ਰਹੀ ਹੈ। ਜੀ ਜੀ। ਚਲੋ ਮੈਂ ਕਹਿ ਰਿਹਾ ਕਿ ਚਲੋ ਅੱਗੇ ਚੱਲਦੇ ਹਾਂ, ਅੱਗੇ ਆਪਾਂ ਚੱਲਦੇ ਹਾਂ। ਤੇਲ ਵੇਖੋ, ਤੇਲ ਦੀ ਧਾਰ ਵੇਖੋ, ਬਸ ਤੇਲ ਵੇਖੋ, ਤੇਲ ਦੀ ਧਾਰ ਵੇਖੋ। ਕੱਚਾ ਤੇਲ ਤੇ ਬਹੁਤ ਮਹਿੰਗਾ ਹੋ ਗਿਆ, ਹੁਣ ਉਹਦੀ ਧਾਰ ਦੇਖੋ ਕਿੱਧਰ ਨੂੰ ਆਉਂਦੀ ਹੈ। ਸੋ ਸਾਡੇ ਮੁਲਕ 'ਚ ਨਾ ਰਾਜਨੀਤੀ, ਹਰ ਚੀਜ਼ 'ਚ ਰਾਜਨੀਤੀ, ਔਰ ਰਾਜਨੀਤੀ ਨੂੰ ਦੇਖਦੇ ਹੋਈ ਸਾਰੀ ਇਕਨੋਮਿਕ ਪਾਲਿਸੀ ਡਿਜ਼ਾਈਨ ਹੁੰਦੀ ਹੈ, ਬਜਟ ਡਿਸਾਈਡ ਹੁੰਦੇ ਨੇ। ਪੋਲੀਟੀਕਲ ਇਕਨੋਮੀ ਨੂੰ ਕਿਹਾ ਜਾਂਦਾ ਹੈ ਕਿ ਪੋਲੀਟੀਕਲ ਫੈਕਟਰਸ ਪੂਰੀ ਤਰ੍ਹਾਂ ਨਾਲ ਇਕਨੋਮੀ ਦੇ ਉੱਤੇ ਅਸਰ ਪਾਉਂਦੇ ਨੇ, ਔਰ ਪੋਲੀਟੀਕਲ ਫੈਕਟਰਸ ਇਹ ਵੀ ਕਹਿੰਦੇ ਨੇ ਕਿ ਕਿਹਨੂੰ ਕਦੋਂ ਜੇਲ੍ਹ 'ਚ ਭੇਜਣਾ ਤੇ ਕਿਹਨੂੰ ਕਦੋਂ ਜੇਲ੍ਹ 'ਚੋਂ ਬਾਹਰ ਕੱਢਣਾ ਹੈ। ਹੁਣ ਜਦੋਂ ਇਲੈਕਸ਼ਨਸ ਆ ਜਾਂਦੀਆਂ ਨੇ ਨੇੜੇ ਤੇੜੇ, ਇਲੈਕਸ਼ਨਸ ਦਾ ਮਾਹੌਲ ਬਣਦਾ ਹੈ, ਉਦੋਂ ਇਹ ਡੇਰਾ ਮੁਖੀ ਰਾਮ ਰਹੀਮ ਜੀ ਪੈਰੋਲ 'ਤੇ ਬਾਹਰ ਹੁੰਦੇ ਨੇ। ਇਹ ਤੀਜੀ ਵਾਰ ਆਏ ਨੇ, ਪਹਿਲਾਂ 40 ਦਿਨਾਂ ਵਾਸਤੇ, ਫਿਰ 30 ਦਿਨਾਂ ਵਾਸਤੇ, ਫਿਰ 40 ਦਿਨਾਂ ਵਾਸਤੇ। ਹੁਣ ਕਹਿੰਦੇ ਨੇ ਕਿ ਆਨਲਾਈਨ ਸਤਸੰਗ ਵੀ ਕਰ ਰਹੇ ਨੇ ਤੇ ਸੰਦੇਸ਼ ਵੀ ਦੇ ਰਹੇ ਨੇ। ਤੇ ਆਪਾਂ ਸਾਰੀ ਗੱਲ ਇਹ ਸਮਝਦੇ ਹਾਂ ਕਿ ਪਿੱਛੇ ਸਾਰੀ ਗੇਮ ਤੇ ਇਹੀ ਹੋਇਆ ਕਿ ਜਿਹੜੀਆਂ ਇਲੈਕਸ਼ਨਸ ਆ ਰਹੀਆਂ ਨੇ, ਕਿਉਂਕਿ ਵੋਟਾਂ ਚਾਹੀਦੀਆਂ ਨੇ, ਤਾਂ ਜਿਹੜੇ ਉਹਨਾਂ ਦੇ ਸੇਵਕ ਹੈਗੇ ਨੇ, ਡੇਰੇ ਦੇ ਵਿੱਚ ਆਉਣ ਵਾਲੀ ਸੰਗਤ ਹੈਗੀ ਹੈ, ਉਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਪਹੁੰਚਾਇਆ ਜਾਏਗਾ ਇਹ ਸੰਦੇਸ਼ ਕਿ ਜਿਸ ਪਾਰਟੀ ਨੇ ਕਿਹਾ ਹੈ ਉਸ ਪਾਰਟੀ ਨੂੰ ਤੁਸੀਂ ਵੋਟ ਪਾਓ। ਔਰ ਕਿਹਾ ਜਾਂਦਾ ਕਿ ਗਹਿਮਾ ਗਹਿਮੀ ਸ਼ੁਰੂ ਹੋ ਗਈ ਹੈ, ਲੀਡਰਸ ਦਾ ਆਉਣਾ ਜਾਣਾ, ਮਿਲਣਾ ਮਿਲਾਣਾ ਸ਼ੁਰੂ ਹੋ ਚੁੱਕਾ ਹੈ। ਡੇਰੇ ਦੇ ਉੱਤੇ ਮੱਥਾ ਟੇਕਣਾ ਔਰ ਉਹਨਾਂ ਦਾ ਆਸ਼ੀਰਵਾਦ ਲੈਣਾ, ਇਹ ਸਾਰੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਇਹ ਬੇਸਿਕਲੀ ਵੈਸੇ ਪੋਲੀਟੀਕਲ ਸਟੰਟ ਆ। ਜਦੋਂ ਤੱਕ ਇਹ 3 ਵਾਰੀ ਆਇਆ, 3 ਵਾਰੀ ਆਏ ਇਲੈਕਸ਼ਨ ਦੇ ਵਿੱਚ। ਇਲੈਕਸ਼ਨ ਦੇ ਇਸ ਕਰਕੇ ਹੈ ਕਿ ਜਿਹੜੀ ਵੋਟ ਬੈਂਕ ਇਹਨਾਂ ਦਾ, ਸਰਕਾਰਾਂ ਦਾ, ਉਹ ਆਪਣੇ ਹੱਥੋਂ ਅਜਾਈਂ ਨਹੀਂ ਜਾਣ ਦੇਣਾ ਚਾਹੁੰਦੇ, ਔਰ ਇਹਨਾਂ ਨੂੰ ਫਾਇਦਾ ਇਹ ਹੋ ਜਾਂਦਾ ਕਿ ਬਾਹਰ ਆ ਕੇ ਫਿਰ ਆਪਣੇ ਸਾਰੇ ਉਸੇ ਜਿਹੜੇ ਚੇਲੇ ਨੇ, ਜਿਹੜੇ ਇਹਨਾਂ ਦੇ ਫਾਲੋਅਰਸ, ਉਹਨਾਂ ਨੂੰ ਮਿਲਦੇ ਆ, ਔਰ ਉਹਨਾਂ ਨਾਲ ਮਿਲਣ ਨਾਲ ਆਪਣਾ ਗ੍ਰਿਪ ਬਣਾ ਕੇ ਰੱਖ ਕੇ ਫਿਰ ਚਲੇ ਜਾਂਦੇ ਆ। ਔਰ ਤੀਸਰੀ ਵਾਰ ਪੈਰੋਲ ਮਿਲਣਾ ਬੜੀ ਵੱਡੀ ਗੱਲ ਆ, ਔਰ ਇਹਨਾਂ 'ਤੇ ਇੰਨੇ ਸੰਗੀਨ ਦੋਸ਼ ਜਿਹੜੇ ਆ ਇਹਨਾਂ 'ਤੇ ਲੱਗੇ ਆ, ਔਰ ਉਹਨਾਂ ਨੂੰ ਸਜ਼ਾ ਜਿਹੜੀ ਹੋਈ ਆ। ਔਰ ਇਹਦੇ 'ਚ ਜਿਹੜਾ ਜੱਜ ਸੀ ਉਸ ਵੇਲੇ ਮੌਕੇ ਦਾ, ਹਰਜੀਤ ਸਿੰਘ, ਹਰਿਆਣਾ ਨੂੰ ਬਿਲੋਂਗ ਕਰਦੇ ਸੀ, ਉਹਨਾਂ ਨੇ ਕੇਸ ਲੜਿਆ, ਔਰ ਇਸ ਕੇਸ 'ਚ ਹੁਕਮ ਉਹਨਾਂ ਨੇ ਦਿੱਤਾ। ਹੋ ਸਕਦਾ ਸੀ ਕਿ ਉਦੋਂ ਵੀ ਇਹਨਾਂ 'ਤੇ ਇਸ ਤਰ੍ਹਾਂ ਦੇ ਦੋਸ਼ ਨਾ ਮੜੇ ਜਾਂਦੇ, ਕਿਉਂਕਿ ਇਹਨਾਂ ਦੇ ਪਿੱਛੇ, ਇਹਨਾਂ ਦੀ ਪਿੱਠ ਪਿੱਛੇ ਫਿਰ ਪੋਲੀਟਿਕਸ, ਰਾਜਨੀਤੀ, ਜੁਡੀਸ਼ਰੀ, ਸਾਰਾ ਕੁਝ ਸੀਗਾ, ਔਰ ਇਹ ਪਾਵਰਫੁਲ ਰਹੇ ਆ। ਹੁਣ ਵੀ ਇਹਨਾਂ ਕੋਲ ਪਾਵਰ ਹੀ ਹੈਗੀ ਹੈ, ਜਿਸ ਪਾਵਰ ਨਾਲ ਇਹ ਆਏ ਆ। ਅਸੀਂ ਆਪਣੇ ਵੱਲੋਂ ਨਹੀਂ ਬੋਲ ਰਹੇ, ਮੀਡੀਆ ਵੱਲੋਂ ਬੋਲ ਰਹੇ ਹਾਂ, ਆਪਣੇ ਚੈਨਲ ਵੱਲੋਂ ਬੋਲ ਰਹੇ ਹਾਂ ਕਿ 3 ਵਾਰੀ ਆਉਣਾ। ਇੰਨੇ ਲੋਕ ਹੋਰ ਵੀ ਬੈਠੇ ਆ ਜਿਨ੍ਹਾਂ ਨੂੰ 20-20 ਸਾਲ ਦੀ ਅਪੀਲ ਕੀਤੀ, ਉਹਨਾਂ ਨੂੰ ਕੋਈ ਅਪੀਲ ਨਹੀਂ ਕੀਤੀ, ਵਾਪਸ ਆਏ। ਪੰਜਾਬ ਦੇ ਇੰਨੇ ਲੋਕ ਬੈਠੇ ਉਹਦੇ ਵਿੱਚ ਜਿਹੜੇ ਸਜ਼ਾ ਭੁਗਤ ਚੁੱਕੇ ਆ, ਜਿਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਸਜ਼ਾ ਹੋਈਆਂ ਸੀ, ਸਾਰੀ ਸਜ਼ਾ ਭੁਗਤ ਚੁੱਕੇ ਆ, ਅਜੇ ਵੀ ਜੇਲ੍ਹਾਂ ਦੀ ਸਿੱਖਾਂ ਦੇ ਅੰਦਰ ਬੰਦ ਆ, ਔਰ ਇਹ ਤੀਜੇ ਦਿਨ ਆ ਕੇ ਇੱਥੇ ਬਹਿ ਜਾਂਦੇ ਆ। ਇਹਨਾਂ ਦੀ ਕੀ ਲੰਬੀ ਉਮਰ ਦੀ ਜਿਹੜੀ ਆ ਸਜ਼ਾ ਹੈਗੀ ਆ,
ਉਮਰ ਕੈਦ ਕੀ ਸਜ਼ਾ ਹੈਗੀ ਜਿਨ੍ਹਾਂ ਨੂੰ ਇਹ ਦਿੱਤੀ ਗਈ ਆ। ਇਹਨਾਂ ਦੇ ਰੇਪ ਕੇਸ ਵੀ ਆ, ਇਹਨਾਂ 'ਤੇ ਮਰਡਰ ਵੀ ਆ, ਇਹਨਾਂ 'ਤੇ ਕਈ ਕੁਛ ਹੋਇਆ ਔਰ ਧਾਰਾ ਬਿਲਕੁਲ ਲੱਗੀਆਂ। ਔਰ ਉਦੋਂ ਜੁਡੀਸ਼ਰੀ ਜਾਂ ਉਦੋਂ ਪਤਾ ਨਹੀਂ ਕੌਣ ਕੀ ਸੋਚਦਾ, ਇਹਨਾਂ ਨੂੰ ਵਾਪਸ ਕਰ ਦਿੰਦੇ ਆ। ਜਿਸ ਤਰ੍ਹਾਂ ਦਾ ਕਈ ਕੇਸ ਗੁਜਰਾਤ ਵਾਲਾ ਸੀਗਾ ਕੇਸ, ਰੇਪ ਕੇਸ, ਉਹ ਵੀ ਇਸੇ ਤਰ੍ਹਾਂ ਦਾ ਹੋਇਆ। ਤਾਂ ਬਿਲਕਿਸ ਜਿਹੜੀ ਬਿਲਕਿਸ ਬਾਨੋ ਦੇ ਔਰ ਇਹ ਇੱਦਾਂ ਦੇ ਕੇਸ ਜਿਹੜੇ 2 ਆਇਆ ਜੁਡੀਸ਼ਰੀ 'ਤੇ, ਲੋਕਾਂ ਨੂੰ ਇਸ ਗੱਲ 'ਤੇ ਆਲੋਚਨਾ ਦਾ ਪਾਤਰ ਬਣਾਉਣ, ਲੋਕ ਇਹਦੀ ਆਲੋਚਨਾ ਕਰਦੇ। ਹੁਣ ਕਿੱਥੇ ਹੈਗੀ ਇਲੈਕਸ਼ਨ ਹਰਿਆਣੇ 'ਚ, ਜਿਹੜਾ ਆਦਮਪੁਰ ਇਲੈਕਸ਼ਨ ਆ, ਔਰ ਉਸੇ ਕਰਕੇ ਉਹਦਾ ਫਾਇਦਾ ਚੁੱਕਣ ਲਈ ਕਰ ਲਿਆ। ਔਰ ਤੁਸੀਂ ਇਹਨਾਂ ਦੀਆਂ ਫੋਟੋ ਕਿਤੇ ਵੇਖੋ, ਵੀਡੀਓ ਕੱਢੋ, ਉਹਦੇ ਵਿੱਚ ਸਾਰੇ ਮੰਤਰੀ, ਉਹਦੇ ਸਾਰੇ ਕੈਬਨਿਟ ਮੰਤਰੀ, ਮੁੱਖ ਮੰਤਰੀ, ਉਹਦੇ ਤੱਕ ਹਾਇਰ ਰੈਂਕ ਦੇ ਜਿਹੜੇ ਆਫੀਸ਼ੀਅਲ ਨੇ, ਉਹ ਇਹਨਾਂ ਨੂੰ ਮੱਥਾ ਟੇਕ ਰਹੇ। ਔਰ ਤੁਸੀਂ ਕੀ ਗੱਲ ਕਰੋਗੇ? ਮੀਡੀਆ ਕੀ ਗੱਲ ਕਰੂਗਾ? ਕੀ ਤੁਸੀਂ ਇਹਦਾ ਕੀ ਨਿਪਟਾਰਾ ਕਰ ਸਕਦੇ ਜੇ? ਅੱਜ ਪੈਰੋਲ ਮਿਲੀ ਆ, ਉਦੋਂ ਬਾਅਦ ਫਿਰ ਇਲੈਕਸ਼ਨ ਆਉਣ ਵਾਲੀ ਆ 2024 'ਚ, ਇਹਨਾਂ ਨੂੰ 3-4 ਪੈਰੋਲ ਫਿਰ ਮਿਲ ਜਾਣੀ ਹੈ। ਇਸ ਕਰਕੇ ਪੈਰੋਲ ਮਿਲਣੀ ਆ ਕਿ ਇਹਨਾਂ ਨੇ ਵੋਟਾਂ ਬਣਾ ਕੇ ਉਹਨਾਂ ਨੂੰ ਦੇ ਦੇਣੀਆਂ। ਉਹਨਾਂ ਨੂੰ ਉਹ ਜਿਹੜੀ ਹੁਣ ਅਸੀਂ ਵੀਡੀਓ ਕਾਨਫਰੰਸ 'ਤੇ ਕਰ ਰਹੇ ਗੱਲ, ਜਿੱਥੇ ਮੈਸੇਜ ਦੇਂਦੇ ਆਨਲਾਈਨ, ਇਹ ਗੱਲ ਹੋ ਰਹੀ ਹੈ। ਹੋਰ ਲੋਕਾਂ ਨੂੰ ਕਹਿਣਾ, ਬਾਅਦ 'ਚ ਇਹੀ ਕਹਿ ਰਿਹਾ ਵੀ ਮੈਨੂੰ ਹੁਣ ਤੁਸੀਂ ਬੁਰਾ ਨਾ ਬਣਾਇਓ, ਮੈਂ ਇਹਦੇ ਲਈ ਆਇਆ, ਤੁਹਾਨੂੰ ਮਿਲ ਵੀ ਗਿਆ ਵਾਂ, ਤੁਹਾਡੇ ਨਾਲ ਗੱਲਾਂ ਵੀ ਸਾਂਝੀਆਂ ਹੋ ਗਈਆਂ, ਪਰ ਆਹ ਜਿਹੜਾ ਮੇਰਾ ਉਪਦੇਸ਼ ਆ, ਜੋ ਮੈਂ ਤੁਹਾਨੂੰ ਕਹਿ ਰਿਹਾ, ਇਹਨੂੰ ਪੂਰਾ ਚੜ੍ਹਾ ਦਿਓ, ਇਹਨੂੰ ਸਿਰੇ ਚੜ੍ਹਾ ਦਿਓ। ਔਰ ਇਹ ਗੱਲਾਂ ਹੈਗੀਆਂ, ਔਰ ਇਹ ਸਾਰੇ ਅਸੀਂ ਵੀ ਜਾਣਦੇ ਹਾਂ, ਤੁਸੀਂ ਵੀ ਜਾਣਦੇ ਆ, ਬੱਚੇ ਵੀ ਜਾਣਦੇ, ਲੋਕ ਵੀ ਜਾਣਦੇ ਆ ਕਿ ਇਹਨਾਂ ਨੂੰ ਡਿਊਰਿੰਗ ਇਲੈਕਸ਼ਨ ਕਿਉਂ ਦਿੱਤਾ ਜਾਂਦਾ, ਵਾਪਸ ਆਉਣਾ ਜਾਂਦਾ, ਕਿਉਂਕਿ ਇਹਨਾਂ ਕੋਲ ਬਹੁਤ, ਇਹਨਾਂ ਦੇ ਚੇਲੇ ਬਹੁਤ ਨੇ ਔਰ ਬਹੁਤ ਵੱਡੇ ਸਤਸੰਗ, ਫਾਲੋਅਰਸ ਬਹੁਤ ਨੇ, ਬਹੁਤ। ਇਹੀ ਗੱਲ। ਸੋ ਇੱਕ ਨਾ ਅੰਗਰੇਜ਼ੀ ਵਿੱਚ ਕਿਹਾ ਜਾਂਦਾ, ਅ ਸਟੇਟਸਮੈਨ ਥਿੰਕਸ ਅਬਾਊਟ ਦੀ ਨੈਕਸਟ ਜਨਰੇਸ਼ਨ, ਯੈਸ, ਬਿਲਕੁਲ, ਐਂਡ ਅ ਪੋਲੀਟੀਸ਼ੀਅਨ ਥਿੰਕਸ ਅਬਾਊਟ ਦੀ ਨੈਕਸਟ ਇਲੈਕਸ਼ਨ। ਹੁਣ ਇਸ ਵਕਤ ਸਟੇਟਸਮੈਨ ਨਹੀਂ ਹੈਗੇ ਸਾਡੇ ਭਾਰਤ ਦੇ ਵਿੱਚ, ਜਿਹੜੇ ਟਰੂ ਲੀਡਰਸ ਨੇ, ਜਿਹੜੇ ਆਉਣ ਵਾਲੀ ਪੀੜ੍ਹੀ ਬਾਰੇ ਸੋਚਣਗੇ, ਉਹ ਨਹੀਂ ਹੈਗੇ। ਪੋਲੀਟੀਸ਼ੀਅਨਸ ਨੇ ਜਿਹੜੇ ਆਉਣ ਵਾਲੀਆਂ ਇਲੈਕਸ਼ਨਸ ਬਾਰੇ ਸੋਚਦੇ ਨੇ, ਔਰ ਇਲੈਕਸ਼ਨਸ ਬਾਰੇ ਸੋਚ ਕੇ ਆਪਣੇ ਬੈਨੀਫਿਟ ਵਾਸਤੇ, ਆਪਣੇ ਫਾਇਦੇ ਵਾਸਤੇ ਉਹ ਸਾਰੇ ਕਦਮ ਚੁੱਕਦੇ ਨੇ ਜੋ ਵੋਟਾਂ ਦੇ ਵਿੱਚ, ਇਲੈਕਸ਼ਨ ਜਿੱਤਣ ਦੇ ਵਿੱਚ, ਚੋਣ ਜਿੱਤਣ ਦੇ ਵਿੱਚ ਸਹਾਈ ਹੋ ਸਕਦੀਆਂ ਨੇ, ਕਾਮਯਾਬ ਹੋਣ, ਸਾਰਾ ਕੁਝ ਹੋਏ। ਇਹਨਾਂ ਦੇ ਸੱਤਾ 'ਚ ਕਿਵੇਂ ਬਣਨਾ ਹੈ, ਹਾਂ, ਇਹ ਇਹਨਾਂ ਕਰਕੇ ਹੁੰਦੇ ਆ ਜਿਹੜੇ ਬੈਠੇ ਨੇ। ਮੇਰਾ ਟਾਈਮ ਹੋ ਗਿਆ ਹੁਣ, ਮੇਰਾ ਖਿਆਲ ਆਪਾਂ ਚੱਲਿਆ ਜਾਵੇ ਔਰ ਲੋਕਾਂ ਨੂੰ ਸੋਚ ਦੇ ਵਸ ਪਾ ਕੇ ਚੱਲੀਏ ਕਿ ਸੋਚੋ ਕਿ ਜੇ ਇਸ ਤਰ੍ਹਾਂ ਡੈਮੋਕ੍ਰੇਸੀ ਚੱਲਦੀ ਆ ਤਾਂ ਫਿਰ ਭਾਰਤ ਦੇ ਆਉਣ ਵਾਲੇ ਲੋਕ, ਆਉਣ ਵਾਲੇ ਬੱਚੇ, ਭਾਰਤ ਦੀ ਆਉਣ ਵਾਲੀ ਪੀੜ੍ਹੀ ਕਿਸ ਤਰ੍ਹਾਂ ਸੋਚੇ ਡੈਮੋਕ੍ਰੇਸੀ ਬਾਰੇ, ਕਿ ਡੈਮੋਕ੍ਰੇਸੀ ਦੀ, ਲੋਕਤੰਤਰ ਦੀ ਅਸਲ ਵਿੱਚ ਪਰਿਭਾਸ਼ਾ ਕੀ ਹੁੰਦੀ ਹੈ। ਇਹੀ ਬੜਾ ਕਨਫਿਊਜ਼ ਕਰਨ ਵਾਲਾ ਸਬਜੈਕਟ ਬਣ ਗਿਆ। ਨਾਲ ਹੀ ਦੀਵਾਲੀ ਦੀਆਂ ਵਧਾਈਆਂ ਵੀ, ਔਰ ਦੀਵਾਲੀ ਦਾ ਤਿਉਹਾਰ ਆ ਰਿਹਾ, ਔਰ ਸਾਰੀਆਂ ਖੁਸ਼ੀਆਂ ਮਾਣਨ, ਚਾਹੇ ਵਿਦੇਸ਼ਾਂ 'ਚ ਬੈਠੇ ਨੇ, ਚਾਹੇ ਪੰਜਾਬ ਆ, ਚਾਹੇ ਗੁਆਂਢੀ ਦੇਸ਼ਾਂ ਪ੍ਰਦੇਸ਼ਾਂ 'ਚ ਬੈਠੇ ਨੇ, ਹਰ ਜਗ੍ਹਾ ਦੀਵਾਲੀ ਦਾ ਬੜਾ ਸ਼ੁਭ ਦਿਹਾੜਾ ਆ ਰਿਹਾ। ਤੇ ਮੇਰਾ ਖਿਆਲ ਹੈ ਲੋਕ ਮਠਿਆਈਆਂ ਖਾਣਗੇ, ਵੰਡਣਗੇ ਵੀ, ਔਰ ਡੱਬੇ ਘਰੋਂ ਘਰ ਜਾਣਗੇ ਵੀ, ਸੁਗਾਤਾਂ ਜਾਣਗੇ ਵੀ ਘਰੋਂ ਘਰ। ਤੇ ਅਸੀਂ ਸਾਰਿਆਂ ਨੂੰ ਫਿਰ ਇਹ ਵਧਾਈ ਦਿੰਦੇ ਹਾਂ ਦੀਵਾਲੀ ਦੀ। ਜੀ ਬਿਲਕੁਲ ਜੀ, ਔਰ ਸਾਡੇ ਵੱਲੋਂ ਬਹੁਤ ਬਹੁਤ ਵਧਾਈ। ਤੇ ਤੁਸੀਂ ਆਪਣੇ ਵਿਚਾਰ ਸਾਨੂੰ ਇਨਬਾਕਸ ਕਰੋ। ਸਾਡਾ ਚੈਨਲ ਪੰਜਾਬ ਮੇਲ USA TV ਸਬਸਕ੍ਰਾਈਬ ਕਰੋ। ਸਤਿ ਸ਼੍ਰੀ ਅਕਾਲ।